नेक्स्ट जो अपनी वीडियो है, नैक्सट टॉपिक है अपना कार्बन आयंस रिएक्शन मैकेनिज्म का पार्ट 5वां। पिछली वीडियो के आप पढ़िया सी कार्बोकैटायंस है ना, तो उस तो बाद अपने को है हुण कार्बन आयंस। कार्बन आयंस की होंगे ने? कार्बोकैटायंस जिवें होंदे सी कार्बन के उपर पॉजिटिव चार्ज, उस तरह ही कार्बन अनायन, अनायन मतलब नैगेटिव चार्ज। तो कार्बन आयन मतलब कार्बन के उपर जिथे नैगेटिव चार्ज आ जाए उन्होंने आप कहांगे कार्बन आयन। हुण कार्बन आयंस दे विच तीन तां कार्बन के बॉन्ड होणगे, चौथा होगा नैगेटिव चार्ज पे। नैगेटिव चार्ज मतलब दो एक्सट्रा इलैक्ट्रॉन, तीन बॉन्ड के 6 इलैक्ट्रॉन हो गए, 2 इलैक्ट्रॉन्स होर हो गए नैगेटिव चार्ज वाले, टोटल हो गए 8 इलैक्ट्रॉन। ये पहली गल तो जिहड़ा ऑक्टेट है कार्बन का वो पूरा होगा, ठीक है, कार्बन का ऑक्टेट पूरा होगा। दूसरी चीज़, ठीक है, 3 सिग्मा बॉन्ड होणगे, एक इलैक्ट्रॉन्स का पेयर जिन्होंने आप लोन पेयर भी कह देंगे वो प्रेजेंट होगा, ठीक है। हुण कार्बन आयंस ने जिहड़े कार्बन आयंस ने वो बहुत ज़्यादा रिएक्टिव होंदे ने, शॉर्ट लिव्ड रिएक्शन इंटरमीडिएट्स होंदे ने, ते हाईली अनस्टेबल होंदे ने, ठीक है। सब तो पहले तो बहुत ज़्यादा रिएक्टिव होणगे, जे रिएक्टिव होणगे तो स्टेबिलिटी बहुत घट होगी, मतलब हाईली अनस्टेबल ने। उस तो बाद जिन्ने ज़्यादा रिएक्टिव होणगे उन्ना ही घट टाइम वो रिएक्शन के रहणगे तो शॉर्ट लिव्ड होणगे, ठीक है। तीनों चीज़ां इंटरलेटेड ने। उस तो बाद अपने को एक हुण क्वेश्चन अराइज होंदा भी ये हाईली रिएक्टिव क्यों नहीं, क्योंकि ये तो कार्बन का ऑक्टेट पूरा, ठीक है। कोई भी चीज़ रिएक्टिव कदों होंदी है जो उन्हें ऑक्टेट पूरा करना होंदा, उन्हें इलैक्ट्रॉन चाहिए होंदे आ या उन्हें इलैक्ट्रॉन लूज करने होंदे आ। ये तो ऑक्टेट पूरा कार्बन का ये जिहड़े नेगे ये क्यों जिहड़े ने ये हाईली अनस्टेबल ने, हाईली रिएक्टिव ने, ठीक है। ਇਹਦਾ ਕੀ ਕਾਰਨ ਹੈ? ਇਹਦਾ ਕਾਰਨ ਇਹ ਹੈ ਵੀ ਇਹਦੇ ਵਿੱਚ 8 ਇਲੈਕਟ੍ਰੋਨ ਤਾਂ ਹੋ ਜਾਂਦੇ ਆ, ਠੀਕ ਹੈ, ਪਰ ਉਹ ਜਿਹੜੇ ਹੁਣ ਕਾਰਬਨ ਦਾ ਸਾਈਜ਼ ਹੈਗਾ ਛੋਟਾ, ਠੀਕ ਹੈ, ਅਤੇ ਜਿਹੜਾ ਇਲੈਕਟ੍ਰੋਨ ਪੇਅਰ ਹੈ ਉਹਦੇ ਕੋਲ ਇੱਕ ਤਰੀਕੇ ਨਾਲ ਵਾਧੂ ਇਲੈਕਟ੍ਰੋਨ ਪੇਅਰ ਆ ਗਿਆ, ਠੀਕ ਹੈ। ਅੱਗੇ ਆਪਾਂ ਰਿਐਕਸ਼ਨ ਇੰਟਰਮੀਡੀਏਟਸ ਤੋਂ ਬਾਅਦ ਇੱਕ ਫਾਰਮਲ ਚਾਰਜ ਵਾਲਾ ਟੌਪਿਕ ਕਰਾਂਗੇ। ਵੈਸੇ ਇਹਨੂੰ ਆਪਾਂ ਉਹਦੇ ਨਾਲ ਵੀ ਰਿਲੇਟ ਕਰ ਸਕਦੇ ਹਾਂ ਕਿ ਜਿਹਦੇ ਉੱਪਰ ਫਾਰਮਲ ਚਾਰਜ ਹੋਊਗਾ ਉਹ ਰਿਐਕਟਿਵ ਹੁੰਦਾ, ਠੀਕ ਹੈ। ਪਰ ਹਲੇ ਕਿਉਂਕਿ ਆਪਾਂ ਉਹ ਟੌਪਿਕ ਨਹੀਂ ਕੀਤਾ ਤਾਂ ਆਪਾਂ ਇਹਨੂੰ ਇਸ ਤਰੀਕੇ ਨਾਲ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਇਹਦੇ ਕੋਲ ਹੁਣ ਜਿਹੜਾ ਇਹ ਲੋਨ ਪੇਅਰ ਆ ਗਿਆ, ਲੋਨ ਪੇਅਰ ਆਉਣ ਦੇ ਨਾਲ ਇਹ ਇੱਕ ਤਰ੍ਹਾਂ ਦਾ ਨਿਊਕਲੀਓਫਾਈਲ ਬਣ ਗਿਆ। ਜਦੋਂ ਨਿਊਕਲੀਓਫਾਈਲ ਬਣ ਗਿਆ ਤਾਂ ਇਹਦੀ ਰਿਐਕਟੀਵਿਟੀ ਹੋਊਗੀ ਇਹਨੇ ਇਹ ਇਲੈਕਟ੍ਰੋਨ ਪੇਅਰ ਹੈ ਜਿਹੜਾ ਕਿਸੇ ਨਾ ਕਿਸੇ ਇਲੈਕਟ੍ਰੋਨ ਡੈਫੀਸ਼ੀਐਂਟ ਕੰਪਾਊਂਡ ਨੂੰ ਜਾਂ ਸਪੀਸੀਜ਼ ਨੂੰ ਦੇ ਕੇ ਆਪਦੇ ਆਪ ਨਾਲ ਬੌਂਡ ਬਣਾਉਣਾ। ਮਤਲਬ ਇਹਨੇ 4 ਬੌਂਡ ਕੰਪਲੀਟ ਕਰਨੇ ਆ। ਇਹਨੂੰ ਇਲੈਕਟ੍ਰੋਨਸ ਤਾਂ ਇਹਦੇ ਪੂਰੇ ਹੋ ਗਏ, ਠੀਕ ਹੈ। 3 ਬੌਂਡ ਹੋ ਗਏ ਕਾਰਬਨ ਦੇ, ਚੌਥਾ ਬੌਂਡ ਨਹੀਂ ਬਣਿਆ ਤਾਂ ਕਾਰਬਨ ਨੇ ਚੌਥਾ ਬੌਂਡ ਵੀ ਬਣਾਉਣਾ, ਚਾਹੇ ਉਹਦੇ ਕੋਲ 8 ਇਲੈਕਟ੍ਰੋਨ ਨੇ, ਚਾਹੇ 7 ਨੇ, ਚਾਹੇ 6 ਨੇ, ਜਿੰਨੇ ਵੀ ਨੇ, ਠੀਕ ਹੈ। ਉਹ ਚੌਥਾ ਬੌਂਡ ਬਣਾਊਗਾ ਹੀ ਬਣਾਊਗਾ। ਇਸੇ ਲਈ ਬੌਂਡ ਬਣਾਉਣ ਲਈ ਇਹਦੀ ਜਿਹੜੀ ਹੈ ਰਿਐਕਟੀਵਿਟੀ ਹੁੰਦੀ ਆ, ਕਿਉਂਕਿ ਕਾਰਬਨ ਦਾ ਜਿਹੜਾ ਚਾਰਜ, ਕਾਰਬਨ ਦਾ ਸਾਈਜ਼ ਹੈ ਜਿਹੜਾ ਉਹ ਛੋਟਾ ਹੈ, ਉਹ ਨੈਗੇਟਿਵ ਚਾਰਜ ਨੂੰ ਹੈਂਡਲ ਨਹੀਂ ਕਰ ਸਕਦਾ। ਮੋਰਓਵਰ ਉਹਦੀ ਜਿਹੜੀ ਇਲੈਕਟ੍ਰੋਨੈਗੇਟਿਵਿਟੀ ਹੈ ਉਹ ਵੀ ਘੱਟ ਹੈ, ਠੀਕ ਹੈ। ਜੇ ਤਾਂ ਉਹਦੀ ਇਲੈਕਟ੍ਰੋਨੈਗੇਟਿਵਿਟੀ ਵੱਧ ਹੁੰਦੀ ਤਾਂ ਉਹ ਈਜ਼ੀਲੀ ਉਹਨੂੰ ਜਿਹੜਾ ਹੈ ਨੈਗੇਟਿਵ ਚਾਰਜ ਨੂੰ ਅਕਮੋਡੇਟ ਕਰ ਲੈਂਦਾ, ਪਰ ਉਹਦੀ ਇਲੈਕਟ੍ਰੋਨੈਗੇਟਿਵਿਟੀ ਵੀ ਘੱਟ ਹੈ, ਚਾਰਜ ਹੈ ਜਿਹੜਾ ਉਹ ਅਕਮੋਡੇਟ ਨਹੀਂ ਕਰ ਸਕਦਾ ਨੈਗੇਟਿਵ ਚਾਰਜ। ਇਸ ਲਈ ਉਸਨੂੰ ਉਹ ਲੋਨ ਪੇਅਰ ਹੈ ਜਿਹੜਾ ਉਹਦੇ ਇਲੈਕਟ੍ਰੋਨਸ ਡੋਨੇਟ ਕਰਕੇ, ਠੀਕ ਹੈ, ਇੱਕ ਬੌਂਡ ਬਣਾਉਣਾ ਪਊਗਾ। ਬੌਂਡ ਦੇ ਵਿੱਚ ਜਾ ਕੇ ਉਹਦੇ ਜਿਹੜੇ ਇਲੈਕਟ੍ਰੋਨਸ ਨੇ ਸਟੇਬਲਾਈਜ਼ ਹੋ ਜਾਣਗੇ ਤਾਂ ਉਹ ਪੂਰੇ ਦਾ ਪੂਰਾ ਮਾਲੀਕਿਊਲ ਸਟੇਬਲ ਹੋ ਜਾਊਗਾ। ਇਸ ਕਰਕੇ ਕਾਰਬਨ ਆਇੰਸ ਨੇ ਜਿਹੜੇ ਉਹ ਰਿਐਕਟਿਵ ਹੁੰਦੇ ਨੇ, ਠੀਕ ਹੈ। ਇਹ ਚੀਜ਼ ਦਾ ਧਿਆਨ ਰੱਖਿਓ। ਉਸ ਤੋਂ ਬਾਅਦ ਜਨਰੇਸ਼ਨ ਆਫ ਕਾਰਬਨ ਆਇੰਸ ਨੂੰ ਆਪਾਂ ਜਨਰੇਟ ਕਿੱਦਾਂ ਕਰ ਸਕਦੇ ਹਾਂ? ਜਿਹੜੇ ਕਾਰਬਨ ਆਇੰਸ ਨੇ, ਠੀਕ ਹੈ, ਹੁਣ ਪਹਿਲੀ ਗੱਲ ਤਾਂ ਚਾਰਜ ਆ ਗਿਆ, ਠੀਕ ਹੈ। ਜੇ ਚਾਰਜ ਆ ਗਿਆ ਤਾਂ ਮਤਲਬ ਕਿ ਵੀ ਹੈਟਰੋਲਿਸਿਸ ਰਿਐਕਸ਼ਨ ਹੋਊਗੀ, ਚਾਹੇ ਪੋਜ਼ੀਟਿਵ ਆ ਰਿਹਾ ਚਾਹੇ ਨੈਗੇਟਿਵ ਆ ਰਿਹਾ। ਜੇ ਚਾਰਜ ਆ ਰਿਹਾ ਤਾਂ ਹੈਟਰੋਲਿਸਿਸ ਰਿਐਕਸ਼ਨ ਹੋਊਗੀ, ਠੀਕ ਹੈ। ਪਹਿਲੀ ਗੱਲ ਤਾਂ ਇਹ ਧਿਆਨ ਰੱਖਣੀ ਹੈ ਵੀ ਹੈਟਰੋਲਾਈਟਿਕ ਬੌਂਡ ਫਿਊਜ਼ਨ ਹੋਊਗੀ ਰਿਐਕਸ਼ਨ ਦੇ ਵਿੱਚ, ਠੀਕ ਹੈ। ਦੂਸਰੀ ਚੀਜ਼ ਹੈਟਰੋਲਿਸਿਸ ਨਾਲ ਬਣਨਗੇ, ਠੀਕ ਹੈ। ਕਦੋਂ ਬਣਨਗੇ? ਕਾਰਬਨ 'ਤੇ ਨੈਗੇਟਿਵ ਚਾਰਜ ਆ, ਮਤਲਬ ਜਿਹੜਾ ਨਾਲ ਵਾਲਾ ਐਟਮ ਸੀਗਾ, ਠੀਕ ਹੈ, ਉਹ ਆਪਦੇ ਬੌਂਡ ਦੇ ਇਲੈਕਟ੍ਰੋਨਸ ਨਹੀਂ ਲੈ ਕੇ ਗਿਆ, ਉਹ ਪੋਜ਼ੀਟਿਵਲੀ ਚਾਰਜਡ ਬਣ ਕੇ ਗਿਆ, ਠੀਕ ਹੈ। ਬੌਂਡ ਦੇ ਇਲੈਕਟ੍ਰੋਨਸ ਤੋਂ ਬਿਨਾਂ ਗਿਆ। ਬੌਂਡ ਦੇ ਇਲੈਕਟ੍ਰੋਨ ਕਿੱਥੇ ਰਹਿ ਗਏ? ਕਾਰਬਨ ਕੋਲੇ। ਤਾਂ ਕਾਰਬਨ 'ਤੇ ਕੀ ਆ ਗਿਆ? ਨੈਗੇਟਿਵ ਚਾਰਜ, ਠੀਕ ਹੈ। ਇਸ ਚੀਜ਼ ਨੂੰ ਜੇ ਆਪਾਂ ਦੇਖੀਏ ਇੱਦਾਂ ਆਪਾਂ ਕਹਿ ਸਕਦੇ ਹਾਂ ਕਿ ਕਾਰਬਨ ਦੇ ਉੱਪਰ ਨਾਲ ਕੋਈ ਐਕਸ ਸੀਗਾ, ਠੀਕ ਹੈ, ਉਹ ਇੱਦਾਂ ਰਿਮੂਵ ਹੋ ਗਿਆ, ਠੀਕ ਹੈ। ਜਿਹੜੇ ਬੌਂਡ ਦੇ ਇਲੈਕਟ੍ਰੋਨਸ ਨੇ ਉਹ ਕਾਰਬਨ ਕੋਲੇ ਰਹਿ ਗਏ ਅਤੇ ਕਾਰਬਨ 'ਤੇ ਕੀ ਆ ਗਿਆ? ਨੈਗੇਟਿਵ ਚਾਰਜ। 3 ਬੌਂਡ ਕਾਰਬਨ ਦੇ ਬਣੇ ਹੋਏ ਨੇ, ਠੀਕ ਹੈ। ਤਾਂ ਇਹ ਜਿਹੜਾ ਰਿਮੂਵ ਹੋਇਆ, ਦੂਸਰੀ ਗੱਲ ਇਹ ਕੀ ਬਣ ਕੇ ਰਿਮੂਵ ਹੋਇਆ? ਐਕਸ ਪੋਜ਼ੀਟਿਵ, ਠੀਕ ਹੈ। ਇਹ 2 ਚੀਜ਼ਾਂ ਨੇ ਇਹਦੇ ਵਿੱਚ।
ਹੁਣ ਨੈਕਸਟ ਹੈ ਇਹਦੇ ਦੋ ਜਨਰਲ ਮੈਥਡਸ ਆਫ ਜਨਰੇਸ਼ਨ ਨੇ ਜਿਹੜੇ ਉਹ ਦੋ ਨੇ ਇਹਦੇ। ਪਹਿਲਾ ਜਿਹੜਾ ਜਨਰੇਸ਼ਨ ਦਾ ਮੈਥਡ ਹੈ ਉਹ ਹੈ ਹੈਟਰੋਲਿਸਿਸ ਦੇ ਵਿੱਚ ਜਦੋਂ ਜਿਹੜਾ ਲਿਵਿੰਗ ਗਰੁੱਪ ਹੈ ਉਹ ਬਿਨਾਂ ਬਾਉਂਡ ਇਲੈਕਟ੍ਰੋਨਸ ਤੋਂ ਲੀਵ ਕਰ ਜਾਂਦਾ, ਉਸ ਟਾਈਮ 'ਤੇ ਕਾਰਬਨ ਆਇਨਸ ਜਿਹੜੇ ਨੇ ਜਨਰੇਟ ਹੁੰਦੇ ਆ। ਹੁਣ ਕਿਉਂਕਿ ਆਰਗੈਨਿਕ ਕੰਪਾਊਂਡਸ ਦੇ ਵਿੱਚ ਜ਼ਿਆਦਾਤਰ ਕਾਰਬਨ ਦੇ ਹਾਈਡਰੋਜਨ ਬੌਂਡਸ ਹੁੰਦੇ ਨੇ, ਠੀਕ ਹੈ। ਕਿਤੇ ਕਿਤੇ ਜਾ ਕੇ ਕੋਈ ਹੋਰ ਐਟਮ ਆਉਂਦਾ ਜਿਹਨੂੰ ਆਪਾਂ ਹੈਟਰੋ ਐਟਮ ਵੀ ਕਹਿ ਦਿੰਦੇ ਹਾਂ, ਤਾਂ ਜ਼ਿਆਦਾਤਰ ਜਿਹੜਾ ਰਿਮੂਵ ਹੋਊਗਾ ਲਿਵਿੰਗ ਗਰੁੱਪ ਹੋਊਗਾ ਉਹ ਕਿਹੜਾ ਹੋਊਗਾ, ਹਾਈਡਰੋਜਨ, ਠੀਕ ਹੈ। ਹਾਈਡਰੋਜਨ ਕਿਵੇਂ ਲੀਵ ਹੋਊਗਾ ਬਿਨਾਂ ਇਲੈਕਟ੍ਰੋਨਸ ਤੋਂ, ਪ੍ਰੋਟੋਨ ਬਣ ਕੇ H ਪੋਜ਼ੀਟਿਵ, ਠੀਕ ਹੈ। ਤਾਂ ਇਹ ਜਿਹੜੀਆਂ ਰਿਐਕਸ਼ਨਸ ਨੇ ਸਭ ਤੋਂ ਹੈਟਰੋਲਿਸਿਸ ਵਾਲੀਆਂ ਰਿਐਕਸ਼ਨਸ, ਇਹਨਾਂ ਦੇ ਵਿੱਚ ਪ੍ਰੋਟੋਨ ਐਬਸਟ੍ਰੈਕਸ਼ਨ ਰਿਐਕਸ਼ਨ ਹੋਊਗੀ ਜਾਂ ਫਿਰ ਪ੍ਰੋਟੋਨ ਹੈ ਜਿਹੜਾ ਉਹ ਲੀਵ ਹੋਊਗਾ ਪੂਰੇ ਦੇ ਪੂਰੇ ਮੋਲੀਕਿਊਲ ਦੇ ਵਿੱਚੋਂ। ਹੁਣ ਪ੍ਰੋਟੋਨ ਨੂੰ ਆਪਾਂ ਐਕਸਟ੍ਰੈਕਟ ਕਰਨਾ, ਠੀਕ ਹੈ, ਉਹਦੇ ਵਿੱਚੋਂ। ਤਾਂ ਐਕਸਟ੍ਰੈਕਟ ਕਰਨ ਲਈ, ਪ੍ਰੋਟੋਨ ਨੂੰ ਐਕਸਟ੍ਰੈਕਟ ਕਰਨ ਦੇ ਲਈ, ਠੀਕ ਹੈ, ਆਪਾਂ ਨੂੰ ਕੀ ਚਾਹੀਦਾ, ਕੋਈ ਨੈਗੇਟਿਵ ਚਾਰਜ। ਪ੍ਰੋਟੋਨ 'ਤੇ ਕੀ ਹੋਊਗਾ, ਪੋਜ਼ੀਟਿਵ ਚਾਰਜ। ਨੈਗੇਟਿਵ ਚਾਰਜ ਵਾਲਾ ਕੋਈ ਸਪੀਸੀਸ ਚਾਹੀਦਾ ਆਪਾਂ ਨੂੰ ਪ੍ਰੋਟੋਨ ਨੂੰ ਐਕਸਟ੍ਰੈਕਟ ਕਰਨ ਦੇ ਲਈ, ਠੀਕ ਹੈ। ਹੁਣ ਪ੍ਰੋਟੋਨ ਨੂੰ ਆਪਾਂ ਕੱਢਣਾ ਬਾਹਰ, ਨੈਗੇਟਿਵ ਚਾਰਜ ਵਾਲੀ ਚੀਜ਼ ਪਾਤੀ। ਜਿਵੇਂ ਹੁਣ ਇੱਥੇ ਨੈਗੇਟਿਵ ਚਾਰਜ ਕੀ ਪਾਵਾਂਗੇ ਆਪਾਂ, ਬੇਸ ਦੇ ਉੱਪਰ ਕੀ ਹੋਊਗਾ, ਇਲੈਕਟ੍ਰੋਨ ਪੇਅਰ ਨੈਗੇਟਿਵ ਚਾਰਜ। ਇਹ ਇਲੈਕਟ੍ਰੋਨ ਪੇਅਰ ਹੈ ਜਿਹੜਾ ਇਹ ਹਾਈਡਰੋਜਨ ਦੇ ਉੱਪਰ ਅਟੈਕ ਕਰਦਾ। ਹਾਈਡਰੋਜਨ ਕੀ ਕਰੂਗਾ, ਆਹ ਇਲੈਕਟ੍ਰੋਨ ਪੇਅਰ ਕਿੱਥੇ ਚਲੇ ਜਾਣਗੇ, ਕਾਰਬਨ ਦੇ। ਆਹ ਇਲੈਕਟ੍ਰੋਨ ਪੇਅਰ ਕਿੱਥੇ ਚਲੇ ਜਾਊ, ਕਾਰਬਨ ਦੇ ਉੱਪਰ, ਠੀਕ ਹੈ। ਕਿਉਂਕਿ ਹਾਈਡਰੋਜਨ ਨੂੰ ਤਾਂ ਇੱਧਰੋਂ ਮਿਲ ਗਏ ਇਲੈਕਟ੍ਰੋਨ, ਆਹ ਦੋ ਇਲੈਕਟ੍ਰੋਨ ਹਾਈਡਰੋਜਨ ਨੂੰ ਮਿਲ ਗਏ, ਠੀਕ ਹੈ। ਤਾਂ ਆਹ ਇਲੈਕਟ੍ਰੋਨਸ ਕਿੱਥੇ ਚਲੇ ਜਾਣਗੇ, ਕਾਰਬਨ 'ਤੇ। ਕਾਰਬਨ ਕੀ ਬਣ ਗਿਆ, ਕਾਰਬਨ, ਅਤੇ ਆਹ ਕੀ ਬਣ ਗਿਆ, H ਹੈ ਜਿਹੜਾ ਉਹ ਬੇਸ ਨਾਲ ਜਾ ਕੇ ਉਹਨੇ ਬੌਂਡ ਬਣਾ ਲਿਆ, H ਬਣ ਗਿਆ। ਹੁਣ ਜੇ ਤਾਂ ਇਲੈਕਟ੍ਰੋਨ ਵਿਦਡਰੋਇੰਗ ਗਰੁੱਪ ਹੋਊਗਾ, ਠੀਕ ਹੈ, ਇਸ ਮੋਲੀਕਿਊਲ ਦੇ ਵਿੱਚ, ਫਿਰ ਤਾਂ ਇਹ ਚੀਜ਼ ਈਜ਼ੀਲੀ ਹੋ ਜੂਗੀ। ਜੇ ਇਲੈਕਟ੍ਰੋਨ ਵਿਦਡਰੋਇੰਗ ਨਹੀਂ ਹੋਊਗਾ ਜਾਂ ਫਿਰ ਇਲੈਕਟ੍ਰੋਨ ਡੋਨੇਟਿੰਗ ਗਰੁੱਪ ਹੋਊਗਾ, ਫਿਰ ਇਹ ਜਿਹੜੀ ਹੈ ਰਿਐਕਸ਼ਨ ਈਜ਼ੀਲੀ ਨਹੀਂ ਹੋਊਗੀ। ਇਹ ਚੀਜ਼ ਦਾ ਧਿਆਨ ਰੱਖਿਓ। ਜੇ ਇਲੈਕਟ੍ਰੋਨ ਵਿਦਡਰੋਇੰਗ ਹੈ ਤਾਂ ਕਾਰਬਨ ਦੇ ਨਾਲ ਕੋਈ ਹੋਰ ਗਰੁੱਪ ਲੱਗਾ ਜਿਹੜਾ ਇਲੈਕਟ੍ਰੋਨਸ ਖਿੱਚ ਰਿਹਾ, ਤਾਂ ਉਨੀ ਹੀ ਛੇਤੀ ਕਾਰਬਨ ਇੱਥੋਂ ਇਲੈਕਟ੍ਰੋਨ ਖਿੱਚੂਗਾ, ਠੀਕ ਹੈ। ਜਿੰਨੀ ਛੇਤੀ ਕਾਰਬਨ ਇਲੈਕਟ੍ਰੋਨ ਖਿੱਚੂਗਾ, H ਪੋਜ਼ੀਟਿਵ ਉਨੀ ਛੇਤੀ ਬੇਸ ਦੇ ਨਾਲ ਜਾ ਕੇ ਬੌਂਡ ਬਣਾਊਗਾ, ਠੀਕ ਹੈ। ਇਹ ਚੀਜ਼ ਹੈ। ਜੇ ਹੁਣ ਇੱਥੇ ਕੋਈ ਗਰੁੱਪ ਹੀ ਨਹੀਂ ਹੈਗਾ ਜਿਹੜਾ ਇਲੈਕਟ੍ਰੋਨ ਖਿੱਚ ਰਿਹਾ, ਜਾਂ ਫਿਰ ਕੋਈ ਇਹੋ ਜਿਹਾ ਗਰੁੱਪ ਹੈ ਜਿਹੜਾ ਇਲੈਕਟ੍ਰੋਨ ਡੋਨੇਟ ਕਰ ਰਿਹਾ, ਤਾਂ ਕਾਰਬਨ ਅੱਗੇ ਹਾਈਡਰੋਜਨ ਨੂੰ ਸਪਲਾਈ ਕਰੂਗਾ ਇਲੈਕਟ੍ਰੋਨਸ, ਤਾਂ ਆਹ ਬੌਂਡ ਟੁੱਟੂਗਾ ਹੀ ਨਹੀਂ, ਠੀਕ ਹੈ। ਤਾਂ ਜੇ ਇਹਦੇ ਵਿੱਚ ਇਲੈਕਟ੍ਰੋਨ ਵਿਦਡਰੋਇੰਗ ਗਰੁੱਪ ਹੈ ਤਾਂ ਆਹ ਬੌਂਡ ਈਜ਼ੀਲੀ ਟੁੱਟ ਜੂਗਾ। ਜੇ ਇਲੈਕਟ੍ਰੋਨ ਡੋਨੇਟਿੰਗ ਗਰੁੱਪ ਹੈ ਤਾਂ ਆਹ ਬੌਂਡ ਨਹੀਂ ਟੁੱਟੂਗਾ, ਠੀਕ ਹੈ। ਜੇ ਇਹ ਬੌਂਡ ਈਜ਼ੀਲੀ ਟੁੱਟ ਜੂਗਾ ਤਾਂ ਚਾਹੇ ਆਪਾਂ ਵੀਕ ਬੇਸ ਯੂਜ਼ ਕਰ ਲਈਏ, ਚਾਹੇ ਨਾਰਮਲ ਬੇਸ ਯੂਜ਼ ਕਰ ਲਈਏ, ਉਹ ਰਿਐਕਸ਼ਨ ਹੈ ਜਿਹੜੀ ਉਹ ਹੋ ਜੂਗੀ, ਮਤਲਬ ਪ੍ਰੋਟੋਨ ਐਬਸਟ੍ਰੈਕਟ ਹੋ ਜੂਗਾ। ਜੇ ਇੱਥੇ ਆਪਣੇ ਕੋਲੇ ਇਲੈਕਟ੍ਰੋਨ ਵਿਦਡਰੋਇੰਗ ਗਰੁੱਪ ਨਹੀਂ ਹੈਗਾ, ਠੀਕ ਹੈ, ਤਾਂ ਆਪਾਂ ਨੂੰ ਇੱਥੇ ਸਟਰੋਂਗ ਬੇਸ ਯੂਜ਼ ਕਰਨਾ ਪਊਗਾ। ਜਿਵੇਂ ਫਾਰ ਐਗਜ਼ਾਮਪਲ ਆਪਾਂ ਹਾਈਡਰੋਕਾਰਬਨਸ ਅੱਗੇ ਐਗਜ਼ਾਮਪਲਸ ਕਰਦੇ ਹਾਂ। ਜਿਵੇਂ ਫਾਰ ਐਗਜ਼ਾਮਪਲ ਦੋ ਰਿਐਕਸ਼ਨਾਂ ਨੇ। ਪਹਿਲੀ ਰਿਐਕਸ਼ਨ ਜਿਹੜੀ ਹੈਗੀ ਆ ਉਹ ਹੈਗੀ ਆ CH3, ਠੀਕ ਹੈ, 2 H ਆ ਸੀ, 1 H ਆ ਸੀ, CH3NO2, ਠੀਕ ਹੈ। NO2 ਕੀ ਹੁੰਦਾ, ਆਪਾਂ ਨੂੰ ਪਤਾ ਵੀ NO2 ਹੈ ਜਿਹੜਾ ਇਲੈਕਟ੍ਰੋਨ ਵਿਦਡਰੋਇੰਗ ਗਰੁੱਪ ਹੈ, ਠੀਕ ਹੈ। NO2 ਇਲੈਕਟ੍ਰੋਨ ਵਿਦਡਰੋਇੰਗ ਗਰੁੱਪ ਹੈ, ਤਾਂ ਉਹ ਵਿਦਡਰੋ ਕਰੂਗਾ ਇਲੈਕਟ੍ਰੋਨਸ ਇੱਥੋਂ, ਤਾਂ ਇਹ ਜਦੋਂ ਆ ਕੇ ਹਾਈਡਰੋਜਨ 'ਤੇ ਅਟੈਕ ਕਰੂਗਾ, ਠੀਕ ਹੈ, ਇਹ ਈਜ਼ੀਲੀ ਬੌਂਡ ਟੁੱਟ ਕੇ ਕਾਰਬਨ ਦੇ ਉੱਪਰ ਚਲਾ ਜਾਊਗਾ, ਤਾਂ ਕਾਰਬਨ 'ਤੇ ਕੀ ਆ ਜਾਊਗਾ, ਨੈਗੇਟਿਵ ਚਾਰਜ ਆ, ਇਥੇਨੋਲ ਜਿਹੜਾ ਹੈ ਉਹ ਬਣ ਜੂਗਾ, ਠੀਕ ਹੈ। ਤਾਂ ਮਤਲਬ ਨੋਰਮਲ ਜਿਹੜੇ ਆਪਣਾ ਬੇਸ ਹੋਊਗਾ ਉਹਦੇ ਨਾਲ ਹੀ ਆਪਾਂ ਕਰ ਸਕਦੇ ਹਾਂ। ਪਰ ਜਿਵੇਂ ਹੁਣ ਅੱਗੇ ਆਪਣੇ ਕੋਲ ਆ ਹੁੰਦੀਆਂ ਨੇ ਹਾਈਡਰੋਕਾਰਬਨਸ ਦੇ ਵਿੱਚ ਹੁਣ ਆਪਾਂ ਨੂੰ ਪਤਾ ਵੀ ਹਾਂ ਪੋਲਰ ਗਰੁੱਪ ਹੈ ਨਹੀਂ ਕੋਈ, ਜਾਂ ਕਹਿ ਲਓ ਵੀ ਇਲੈਕਟ੍ਰੋਨ ਵਿਦਡਰੋਇੰਗ ਗਰੁੱਪ ਕੋਈ ਵੀ ਨਹੀਂ ਹੈਗਾ, ਠੀਕ ਹੈ। ਤਾਂ ਇੱਥੇ ਕੀ ਹੋਊਗਾ, ਇੱਥੇ ਆਪਾਂ ਨੂੰ ਸਟਰੋਂਗ ਬੇਸ ਜਿਵੇਂ ਕਿ ਸੋਡਾਮਾਈਡ ਕੀ ਹੁੰਦਾ, ਸੋਡੀਅਮ ਅਮਾਈਡ ਜਿਹੜਾ ਹੈ ਉਹ ਬਣਿਆ ਹੈਗਾ NH2 ਨੂੰ ਆਪਾਂ ਅਮਾਈਡ ਕਹਿ ਦਿੰਦੇ ਹਾਂ, ਠੀਕ ਹੈ। ਜਦੋਂ ਸੋਡੀਅਮ ਨਾਲ ਲੱਗਿਆ ਹੁੰਦਾ ਸੋਡਾਮਾਈਡ, ਠੀਕ ਹੈ। ਤਾਂ ਇਹਨੂੰ ਆਪਾਂ ਲਿਕੁਇਡ ਅਮੋਨੀਆ ਦੀ ਪ੍ਰੈਜ਼ੈਂਸ ਦੇ ਵਿੱਚ ਇਹਨੂੰ ਆਪਾਂ ਰਿਐਕਟ ਕਰਵਾਵਾਂਗੇ ਹਾਈਡਰੋਕਾਰਬਨਸ ਦੇ ਨਾਲ। ਉਸੇ ਟਾਈਮ 'ਤੇ ਹੀ ਸਿਰਫ ਉਦੋਂ ਹੀ ਇਹਦੇ ਵਿੱਚੋਂ ਪ੍ਰੋਟੋਨ ਐਬਸਟ੍ਰੈਕਟ ਹੋਊਗਾ, ਉਦੋਂ ਹੀ ਕਾਰਬਨ ਦੇ ਉੱਪਰ ਨੈਗੇਟਿਵ ਚਾਰਜ ਆਊਗਾ ਹਾਈਡਰੋਕਾਰਬਨਸ ਦੇ ਉੱਪਰ। ਇਹ ਚੀਜ਼ ਦਾ ਧਿਆਨ ਰੱਖਣਾ ਵੀ ਬੇਸ ਕਿਹੜਾ ਯੂਜ਼ ਕਰਨਾ, ਠੀਕ ਹੈ। ਜੇ ਤਾਂ ਇਲੈਕਟ੍ਰੋਨ ਵਿਦਡਰੋਇੰਗ ਗਰੁੱਪ ਹੈਗਾ ਫਿਰ ਤਾਂ ਨਾਰਮਲ ਬੇਸ ਯੂਜ਼ ਕਰ ਲਓ, ਜੇ ਨਹੀਂ ਹੈਗਾ, ਠੀਕ ਹੈ, ਤਾਂ ਤੁਹਾਨੂੰ ਸਟਰੋਂਗ ਬੇਸ ਜਿਵੇਂ ਕਿ ਸੋਡਾਮਾਈਡ ਹੈ ਜਿਹੜਾ ਉਹ ਯੂਜ਼ ਕਰਨਾ ਪਊਗਾ, ਠੀਕ ਹੈ, ਲਿਕੁਇਡ ਅਮੋਨੀਆ ਦੀ ਪ੍ਰੈਜ਼ੈਂਸ ਦੇ ਵਿੱਚ। ਹੁਣ ਉਸ ਤੋਂ ਬਾਅਦ ਇਹ ਤਾਂ ਹੋ ਗਈਆਂ ਪ੍ਰੋਟੋਨ ਦੀਆਂ, ਜਦੋਂ ਆਪਾਂ ਪ੍ਰੋਟੋਨ ਨੂੰ ਇੱਕ ਲਿਵਿੰਗ ਗਰੁੱਪ ਦੇ ਤੌਰ 'ਤੇ ਲਿਖਦੇ ਹਾਂ। ਜਦੋਂ ਕਈ ਹੋਰ ਵੀ ਲਿਵਿੰਗ ਗਰੁੱਪਸ ਹੋ ਸਕਦੇ ਆ, ਜਿਵੇਂ ਕਿ ਆਪਣੇ ਕੋਲ ਆ ਮੋਲੀਕਿਊਲ ਹੈ RCH2 C ਡਬਲ ਬੌਂਡ O ਨੈਗੇਟਿਵ, ਤਾਂ ਠੀਕ ਹੈ। ਤਾਂ ਇਹਦੇ ਵਿੱਚ ਕੀ ਹੋਊਗਾ, ਉਹ ਇਸ ਕਾਰਬਨ ਨਾਲ ਡਬਲ ਬੌਂਡ ਬਣਾ ਲੂਗਾ, ਅਤੇ ਆਹ ਕਾਰਬਨ ਇਸ ਕਾਰਬਨ ਨਾਲੋਂ ਬੌਂਡ ਤੋੜ ਲੂਗਾ, ਤਾਂ ਆਹ ਬੌਂਡ ਦੇ ਇਲੈਕਟ੍ਰੋਨਸ ਕਿੱਥੇ ਚਲੇ ਗਏ, ਇਸ ਕਾਰਬਨ ਕੋਲ, ਕਿਉਂਕਿ ਇਹਦੇ ਤਾਂ 2 1 ਅਤੇ ਇੱਕ ਇਹਨੇ ਹੋਰ ਬਣਾ ਲਿਆ, 4 ਪੂਰੇ ਹੋ ਗਏ। ਤਾਂ ਇੱਧਰਲਾ ਬੌਂਡ ਤੋੜ ਦੂ, ਬੌਂਡ ਦੇ ਇਲੈਕਟ੍ਰੋਨ ਕਾਰਬਨ ਕੋਲ ਚਲੇ ਗਏ, ਤਾਂ ਕਾਰਬਨ 'ਤੇ ਆ ਗਿਆ ਨੈਗੇਟਿਵ ਚਾਰਜ, CO2 ਬਾਹਰ ਨਿਕਲ ਗਿਆ, ਠੀਕ ਹੈ। ਤਾਂ ਇੱਦਾਂ ਦੇ ਵੀ ਲਿਵਿੰਗ ਗਰੁੱਪਸ ਨੇ ਜਿਹੜੇ ਉਹ ਬਿਨਾਂ ਪ੍ਰੋਟੋਨ ਤੋਂ ਹੋ ਸਕਦੇ ਨੇ, ਠੀਕ ਹੈ। ਹੁਣ ਨੈਕਸਟ ਜਿਹੜਾ ਮੈਥਡ ਆਫ ਪ੍ਰੈਪਰੇਸ਼ਨ ਹੈ ਉਹ ਆਪਣੇ ਕੋਲ ਹੈ ਐਡੀਸ਼ਨ ਆਫ ਨਿਊਕਲੀਓਫਾਈਲ ਟੂ ਕਾਰਬਨ ਮਲਟੀਪਲ ਬੌਂਡ। ਹੁਣ ਨਿਊਕਲੀਓਫਾਈਲ ਕੀ ਹੁੰਦਾ, ਨਿਊਕਲੀਓਫਾਈਲ ਜਿਹੜਾ ਨਿਊਕਲੀਅਸ ਲਵਿੰਗ ਹੋਵੇ, ਮਤਲਬ ਜਿਹਦੇ ਉੱਪਰ
ਨੈਗੇਟਿਵ ਚਾਰਜ ਹੋਵੇ। ਨਿਊਕਲੀਅਸ 'ਤੇ ਕਿਹੜਾ ਹੁੰਦਾ ਪੋਜ਼ੀਟਿਵ ਚਾਰਜ, ਤਾਂ ਪੋਜ਼ੀਟਿਵ ਨੂੰ ਕੌਣ ਲਵ ਕਰੂਗਾ, ਜਿਹਦੇ ਉੱਪਰ ਨੈਗੇਟਿਵ ਚਾਰਜ ਹੋਊਗਾ। ਠੀਕ ਹੈ, ਤਾਂ ਨਿਊਕਲੀਓਫਾਈਲ ਦਾ ਅਟੈਕ ਕਰਵਾਉਣਾ ਆਪਾਂ ਕਿੱਥੇ ਕਰਾਉਣਾ, ਕਾਰਬਨ ਕਾਰਬਨ ਮਲਟੀਪਲ ਬੌਂਡ ਦੇ ਉੱਪਰ। ਹੁਣ ਜਦੋਂ ਨਿਊਕਲੀਓਫਾਈਲ ਹੈ ਜਿਹੜਾ, ਆਪਾਂ ਨੂੰ ਪਤਾ ਨਿਊਕਲੀਓਫਾਈਲ ਦੇ ਉੱਪਰ ਹੁੰਦਾ ਨੈਗੇਟਿਵ ਚਾਰਜ, ਜਦੋਂ ਨਿਊਕਲੀਓਫਾਈਲ ਮੰਨ ਲਓ ਡਬਲ ਬੌਂਡ ਦੇ ਉੱਪਰ ਅਟੈਕ ਕਰਦਾ, ਇੱਦਾਂ ਇਸ ਕਾਰਬਨ ਦੇ ਉੱਪਰ ਇਹਨੇ ਅਟੈਕ ਕੀਤਾ। ਠੀਕ ਹੈ, ਤਾਂ ਕਾਰਬਨ ਦੇ 1 2 3 4 ਬੌਂਡ ਬਣੇ ਹੋਏ, ਪੰਜਵਾਂ ਇਹਨੇ ਬਣਾ ਲਿਆ। ਕਾਰਬਨ ਦੇ 5 ਬੌਂਡ ਬਣ ਨਹੀਂ ਸਕਦੇ, ਤਾਂ ਇਹ ਕੀ ਕਰੂਗਾ, ਇੱਥੋਂ ਇੱਕ ਬੌਂਡ ਤੋੜ ਦੂਗਾ। ਉਹ ਬੌਂਡ ਦੇ ਇਲੈਕਟ੍ਰੋਨ ਕਿੱਥੇ ਚਲੇ ਜਾਣਗੇ, ਦੂਸਰੀ ਕਾਰਬਨ ਕੋਲੇ। ਠੀਕ ਹੈ, ਤਾਂ ਇਸ ਕਾਰਬਨ ਨਾਲ ਨਿਊਕਲੀਓਫਾਈਲ ਜੁੜ ਗਿਆ, ਇਸ ਕਾਰਬਨ 'ਤੇ ਕੀ ਆ ਗਿਆ, ਨੈਗੇਟਿਵ ਚਾਰਜ। ਤਾਂ ਇਹ ਕੀ ਬਣ ਗਿਆ, ਕਾਰਬਨ ਆਇਨ। ਠੀਕ ਹੈ, ਇਹੀ ਆਪਾਂ ਜਨਰੇਟ ਕਰਾਉਣਾ ਸੀ। ਜਦੋਂ ਨਿਊਕਲੀਓਫਾਈਲ ਨੂੰ ਆਪਾਂ ਕਾਰਬਨ ਕਾਰਬਨ ਮਲਟੀਪਲ ਬੌਂਡ ਦੇ ਉੱਪਰ ਅਟੈਕ ਕਰਵਾਉਣਾ ਨਿਊਕਲੀਓਫਾਈਲ ਦਾ, ਤਾਂ ਨਿਊਕਲੀਓਫਾਈਲ ਐਡ ਹੋ ਜਾਂਦਾ ਡਬਲ ਬੌਂਡ ਜਾਂ ਟ੍ਰਿਪਲ ਬੌਂਡ ਦੇ ਵਿੱਚ, ਅਤੇ ਇੱਕ ਕਾਰਬਨ ਦੇ ਉੱਪਰ ਕੀ ਆ ਜਾਊਗਾ, ਨੈਗੇਟਿਵ ਚਾਰਜ। ਤਾਂ ਕਾਰਬਨ ਆਇਨ ਬਣ ਜਾਂਦਾ। ਜਿਵੇਂ ਫੋਰ ਐਗਜ਼ਾਮਪਲ C2H5O ਨੈਗੇਟਿਵ ਹੈ ਜਿਹੜਾ, ਠੀਕ ਹੈ, ਉਹਨੇ ਜਦੋਂ ਅਟੈਕ ਕੀਤਾ ਇਸ ਕਾਰਬਨ ਦੇ ਉੱਪਰ, ਤਾਂ ਇਹਦੇ 4 ਬੌਂਡ ਪੂਰੇ ਹੋ ਗਿਆ, ਬੌਂਡ ਇੱਕ ਇੱਥੋਂ ਟੁੱਟ ਗਿਆ, ਅਤੇ ਆਹ ਕਾਰਬਨ 'ਤੇ ਕੀ ਆ ਗਿਆ, ਨੈਗੇਟਿਵ ਚਾਰਜ। ਠੀਕ ਹੈ, ਹੁਣ ਇੱਕ ਗੱਲ ਦਾ ਇੱਥੇ ਧਿਆਨ ਰੱਖਣਾ, ਜੇ ਤੁਸੀਂ ਧਿਆਨ ਨਾਲ ਦੇਖੋਗੇ ਨਾ, ਇੱਥੇ ਇਹ ਚੀਜ਼ ਪ੍ਰੋਟੋਨ ਐਬਸਟਰੈਕਟ ਕਰ ਰਿਹਾ ਸੀ। ਠੀਕ ਹੈ, ਇੱਥੇ ਇਹ ਪ੍ਰੋਟੋਨ ਐਬਸਟਰੈਕਟ ਕਰ ਰਿਹਾ ਸੀ, ਇੱਥੇ ਜਿਹੜਾ ਹੈ ਇਹੀ ਚੀਜ਼ ਜਾ ਕੇ ਐਡ ਹੋ ਰਿਹਾ। ਇੱਥੋਂ ਕਿਉਂ ਨਹੀਂ ਇਹਨੇ ਪ੍ਰੋਟੋਨ ਕੱਢਿਆ, ਇਹ ਚੀਜ਼ ਦਾ ਧਿਆਨ ਰੱਖਣਾ ਵੀ ਇੱਥੋਂ ਇਹਨੇ ਪ੍ਰੋਟੋਨ ਕਿਉਂ ਨਹੀਂ ਐਬਸਟਰੈਕਟ ਕੀਤਾ, ਇੱਥੋਂ ਸੇਮ ਹੀ ਚੀਜ਼ ਹੈ ਕਿਉਂਕਿ। ਠੀਕ ਹੈ, ਇੱਧਰ ਵੀ NO2 ਗਰੁੱਪ ਲੱਗਿਆ ਹਾਂ, ਬਟ ਇੱਥੇ CH3 ਹੈ, ਇੱਥੇ NO2 ਗਰੁੱਪ ਲੱਗਿਆ ਹਾਂ, ਇੱਥੇ CH2 ਡਬਲ ਬੌਂਡ CH ਹੈ। ਇਹਦਾ ਕੀ ਰੀਜ਼ਨ ਹੈ ਵੀ ਇਹਨੇ ਪ੍ਰੋਟੋਨ ਐਬਸਟਰੈਕਟ ਨਹੀਂ ਕੀਤਾ ਇੱਥੋਂ, ਇਹਦਾ ਰੀਜ਼ਨ ਇਹ ਹੈ, ਇਹ ਚੀਜ਼ ਮੈਂ ਲਿਖ ਵੀ ਦਿੱਤੀ ਹੈ ਥੱਲੇ। ਠੀਕ ਹੈ, ਵੀ ਜਦੋਂ ਐਡੀਸ਼ਨ ਹੋਊਗੀ ਉਸ ਟਾਈਮ 'ਤੇ ਡਬਲ ਬੌਂਡ ਹੈ ਜਿਹੜਾ ਉਹ ਐਕਟੀਵੇਟ ਹੋਣਾ ਚਾਹੀਦਾ ਨਿਊਕਲੀਓਫਾਈਲ ਅਟੈਕ ਲਈ। ਠੀਕ ਹੈ, ਡਬਲ ਬੌਂਡ ਐਕਟੀਵੇਟ ਹੋਣਾ ਚਾਹੀਦਾ ਨਿਊਕਲੀਓਫਾਈਲ ਅਟੈਕ ਲਈ। ਇਹਦਾ ਕੀ ਮਤਲਬ ਹੈ ਵੀ ਹੁਣ ਨਿਊਕਲੀਓਫਾਈਲ ਨੇ ਜਦੋਂ ਆਉਣਾ ਤਾਂ ਉਹਨੂੰ ਕੀ ਚਾਹੀਦਾ, ਪੋਜ਼ੀਟਿਵ ਥਾਂ। ਹੁਣ ਪੋਜ਼ੀਟਿਵ ਥਾਂ ਚਾਹੀਦਾ ਨਿਊਕਲੀਓਫਾਈਲ ਨੂੰ, ਤਾਂ ਪੋਜ਼ੀਟਿਵ ਕਿਵੇਂ ਆਊਗਾ, ਜਦੋਂ ਇਸ ਮੋਲੀਕਿਊਲ ਦੇ ਵਿੱਚੋਂ ਕੋਈ ਇਲੈਕਟ੍ਰੋਨਸ ਬਾਹਰ ਖਿੱਚੂਗਾ। ਬਾਹਰ ਕੌਣ ਖਿੱਚੂਗਾ, ਇਲੈਕਟ੍ਰੋਨ ਵਿਦਡਰਾਇੰਗ ਗਰੁੱਪ। ਠੀਕ ਹੈ, ਇਸ ਮੋਲੀਕਿਊਲ ਦੇ ਵਿੱਚੋਂ ਜਦੋਂ ਇਲੈਕਟ੍ਰੋਨ, ਜੇ ਸਿਰਫ ਇੱਦਾਂ ਹੁੰਦਾ, ਠੀਕ ਹੈ, ਜੇ ਇੱਦਾਂ ਹੁੰਦਾ, ਇਹ ਆਹ ਚੀਜ਼ ਨਾ ਹੁੰਦੀ, ਇੱਥੇ CH2 ਹੁੰਦਾ, ਤਾਂ ਇਹ ਜਿਹੜਾ ਹੈ ਇਹ ਕਿਉਂਕਿ ਵੀਕ ਬੇਸ ਹੈ ਆਪਣਾ, ਇਹਨੇ ਐਬਸਟਰੈਕਟ ਨਹੀਂ ਸੀ ਕਰਨਾ ਆਪਾਂ ਨੂੰ। ਕਿਉਂ, ਕਿਉਂਕਿ ਜਿਹੜੇ ਆਪਣੀਆਂ ਹਾਈਡਰੋਕਾਰਬਨਸ ਨੇ ਉਹਨਾਂ ਲਈ ਆਪਾਂ ਨੂੰ ਸਟਰੋਂਗ ਬੇਸ ਚਾਹੀਦਾ। ਠੀਕ ਹੈ, ਤਾਂ ਇਹਦੀ ਜਿਹੜੀ ਰਿਐਕਸ਼ਨ ਹੈ ਉਹ ਨਹੀਂ ਸੀ ਹੋਣੀ। ਹੁਣ ਰਿਐਕਸ਼ਨ ਕਿਉਂ ਹੋਈ, ਕਿਉਂਕਿ ਇਸ ਨੇ NO2 ਗਰੁੱਪ ਨੇ ਇਸ ਬੌਂਡ ਨੂੰ ਐਕਟੀਵੇਟ ਕਰਤਾ ਨਿਊਕਲੀਓਫਾਈਲ ਦੀ ਐਡੀਸ਼ਨ ਦੇ ਲਈ। ਇਹ ਚੀਜ਼ ਧਿਆਨ 'ਚ ਰੱਖਿਓ। ਠੀਕ ਹੈ, ਕਿਉਂਕਿ ਸੇਮ ਨੇ ਤਾਂ ਉਲਝ ਨਾ ਜਾਇਓ। ਜਦੋਂ ਆ ਜਿਹੜਾ ਮੋਲੀਕਿਊਲ ਹੈ ਇਹ 'ਤੇ ਡਿਪੈਂਡ ਕਰਦਾ ਵੀ ਇਹਨੇ ਕਿਸ ਤਰ੍ਹਾਂ ਰਿਐਕਟ ਕਰਨਾ, ਇਹਨੇ ਹਾਈਡਰੋਜਨ ਕੱਢਣੀ ਹੈ ਜਾਂ ਇਹਨੇ ਐਡ ਹੋਣਾ। ਠੀਕ ਹੈ, ਤਾਂ ਇਸ 'ਚ ਮੋਲੀਕਿਊਲ ਨੂੰ ਧਿਆਨ ਦੇ ਵਿੱਚ ਰੱਖਿਓ। ਜੇ ਤਾਂ ਸਾਰੇ ਸਿੰਗਲ ਬੌਂਡ ਨੇ ਫਿਰ ਤਾਂ ਹਾਈਡਰੋਜਨ ਇਹ ਐਬਸਟਰੈਕਟ ਕਰੂਗਾ, ਜੇ ਡਬਲ ਬੌਂਡ ਆ ਜਾਂਦਾ ਤਾਂ ਇਹ ਐਡ ਹੋਊਗਾ। ਠੀਕ ਹੈ, ਇਹ ਚੀਜ਼ ਦਾ ਧਿਆਨ ਰੱਖਿਓ। ਐਡ ਕਦੋਂ ਹੋਊਗਾ, ਜਦੋਂ NO2 ਗਰੁੱਪ ਜਾਂ ਕੋਈ ਹੋਰ ਇਲੈਕਟ੍ਰੋਨ ਵਿਦਡਰਾਇੰਗ ਗਰੁੱਪ ਜਿਹੜਾ ਹੈ ਉਦੋਂ ਲੱਗਿਆ ਹੋਇਆ। ਠੀਕ ਹੈ, ਤਾਂ ਇੱਥੇ ਕੀ ਹੋਇਆ, ਇਹ ਐਡ ਹੋ ਗਿਆ, ਇਸ ਕਾਰਬਨ ਦੇ ਉੱਪਰ ਆ ਗਿਆ ਨੈਗੇਟਿਵ ਚਾਰਜ, NO2 ਉੱਦਾਂ ਹੀ ਰਹਿ ਗਿਆ। ਠੀਕ ਹੈ, ਹੁਣ ਇਹ ਚੀਜ਼ ਮੈਂ ਇਹਦੇ ਵਿੱਚ ਲਿਖਤੀ ਹੈ। ਠੀਕ ਹੈ, ਅਤੇ ਉਸ ਤੋਂ ਬਾਅਦ ਆ ਜਾਂਦਾ ਆਪਣੇ ਕੋਲ ਸਟਰਕਚਰ ਫॉर ਸਿੰਪਲ ਕਾਰਬੋ। ਇਹਦੇ ਵਿੱਚ ਨਾ ਇੱਕ ਗੱਲ ਦਾ ਧਿਆਨ ਰੱਖੋ, ਜਿਵੇਂ ਕਾਰਬੋਕੈਟਾਇਨ ਦੇ ਵਿੱਚ ਸੀ ਇੱਕੋ ਹੀ ਤਰ੍ਹਾਂ ਦਾ ਸਟਰਕਚਰ ਪੋਸੀਬਲ ਸੀ, ਇੱਥੇ 2 ਤਰ੍ਹਾਂ ਦੇ ਸਟਰਕਚਰ ਪੋਸੀਬਲ ਹੋਣਗੇ ਕਾਰਬਨ ਆਇਨ ਦੇ ਵਿੱਚ। ਜਿਹੜਾ ਪਹਿਲਾ ਸਟਰਕਚਰ ਆਪਾਂ ਕਰਾਂਗੇ ਸਿੰਪਲ ਕਾਰਬਨ ਆਇਨਸ ਦੇ ਵਿੱਚ ਕਰਾਂਗੇ। ਠੀਕ ਹੈ, ਕਦੇ ਵੀ ਨਾ ਤੁਸੀਂ ਸਟਰਕਚਰ ਕਰਨਾ ਤਾਂ ਇਹ ਚੀਜ਼ ਦਾ ਧਿਆਨ ਰੱਖਿਓ ਵੀ ਜਿੱਥੇ ਬੌਂਡ ਆ ਗਏ ਉਹ ਬੌਂਡ ਨੇ ਜਿਹੜੇ ਸਾਰੇ ਉਹ ਹਾਈਬ੍ਰਿਡਾਈਜ਼ਡ ਔਰਬਿਟਲਸ ਨਾਲ ਬੌਂਡ ਬਣਨਗੇ। ਠੀਕ ਹੈ, ਅਤੇ ਜਿੱਥੇ 2 ਇਲੈਕਟ੍ਰੋਨਸ ਆ ਗਏ ਇੱਕ ਔਰਬਿਟਲ ਦੇ ਵਿੱਚ ਉਹ ਵੀ ਹਾਈਬ੍ਰਿਡਾਈਜ਼ਡ ਔਰਬਿਟਲ ਹੋਊਗਾ। ਜੇ 1 ਇਲੈਕਟ੍ਰੋਨ ਆਉਂਦਾ ਜਾਂ ਕੋਈ ਵੀ ਇਲੈਕਟ੍ਰੋਨ ਨਹੀਂ ਹੈਗਾ ਔਰਬਿਟਲ ਦੇ ਵਿੱਚ ਤਾਂ ਉਹ ਔਰਬਿਟਲ ਅਨਹਾਈਬ੍ਰਿਡਾਈਜ਼ਡ ਰਹੂਗਾ। ਠੀਕ ਹੈ, ਜਿਵੇਂ ਆਪਾਂ ਕਾਰਬੋਕੈਟਾਇਨ ਦੇ ਵਿੱਚ ਕੀਤਾ ਸੀਗਾ, 3 ਬੌਂਡ ਬਣਦੇ ਸੀ, ਉਹਦੇ ਉੱਪਰ ਪੋਜ਼ੀਟਿਵ ਚਾਰਜ ਸੀ। ਪੋਜ਼ੀਟਿਵ ਚਾਰਜ ਮਤਲਬ ਜਿਹੜਾ ਚੌਥਾ ਔਰਬਿਟਲ ਆ ਉਹਦੇ ਵਿੱਚ ਕੋਈ ਇਲੈਕਟ੍ਰੋਨ ਨਹੀਂ ਸੀ। ਜਦੋਂ ਉਹਦੇ ਵਿੱਚ ਕੋਈ ਇਲੈਕਟ੍ਰੋਨ ਨਹੀਂ ਸੀਗਾ ਤਾਂ ਉਹਦਾ ਮਤਲਬ ਕੀ ਹੈ ਵੀ ਉਹ ਔਰਬਿਟਲ ਹੈ ਜਿਹੜਾ ਇੱਦਾਂ ਆਪਾਂ ਬਣਾਇਆ ਸੀ ਨਾ, ਕਾਰਬੋਕੈਟਾਇਨ ਬਣਾਇਆ ਸੀ ਆਪਾਂ ਇੱਦਾਂ 3 ਬੌਂਡ। ਠੀਕ ਹੈ, ਆ ਔਰਬਿਟਲ। ਹੁਣ ਆਹ ਔਰਬਿਟਲ ਖਾਲੀ ਸੀ ਤਾਂ ਇਹਦੀ ਹਾਈਬ੍ਰਿਡਾਈਜੇਸ਼ਨ ਕੀ ਸੀ, ਆ ਜਿਹੜਾ ਔਰਬਿਟਲ ਹੈ ਕੀ ਸੀਗਾ, P ਸੀਗਾ, P ਔਰਬਿਟਲ ਕਹਿ ਲਓ। ਠੀਕ ਹੈ, ਤਾਂ ਇਹਦੇ 3 ਬੌਂਡ ਬਣੇ ਹੋਏ ਸੀ, ਆਪਾਂ ਕੀ ਕਹਾਂਗੇ, sp2 ਹਾਈਬ੍ਰਿਡਾਈਜ਼ਡ ਹੈ, 2 P ਅਤੇ 1 S, 3 ਹੋ ਗਏ ਨਾ, 1 + 2 = 3। ਤਾਂ ਇਹਦੀ ਹਾਈਬ੍ਰਿਡਾਈਜੇਸ਼ਨ ਕੀ ਸੀ, sp2 ਹਾਈਬ੍ਰਿਡਾਈਜੇਸ਼ਨ। ਹੁਣ ਜੇ ਆਪਣੇ ਕੋਲ ਇੱਦਾਂ ਹੋ ਜੇ, ਠੀਕ ਹੈ, 3 ਬੌਂਡ ਉਹਦੇ ਬਣੇ ਹੋਏ ਆ, ਜਿਹੜਾ ਚੌਥਾ ਹੈ ਉਹਦੇ ਵਿੱਚ 2 ਇਲੈਕਟ੍ਰੋਨਸ ਪਏ ਨੇ ਆਪਣੇ ਕੋਲ, ਤਾਂ ਇਹਦੀ ਹਾਈਬ੍ਰਿਡਾਈਜੇਸ਼ਨ ਦੇ ਵਿੱਚ ਆਪਾਂ 1 2 3 ਅਤੇ 1 4 ਬੌਂਡ ਆਪਾਂ ਕੈਲਕੂਲੇਟ ਕਰਾਂਗੇ। 4 ਕਿੱਥੇ ਹੁੰਦੇ ਆ, sp3 ਦੇ ਵਿੱਚ। ਠੀਕ ਹੈ, ਤਾਂ ਇਹ ਜਿਹੜੀ ਕਾਰਬਨ ਹੈ sp3 ਹਾਈਬ੍ਰਿਡਾਈਜ਼ਡ ਹੋਊਗੀ। ਇਹੀ ਚੀਜ਼ ਇੱਥੇ ਆਪਾਂ ਕਰਨੀ ਹੈ। ਠੀਕ ਹੈ, ਇਹੀ ਚੀਜ਼ ਇੱਥੇ ਹੈ ਆਪਣੇ ਕੋਲ ਹੁਣ ਕਾਰਬਨ ਆਇਨਸ ਦੇ ਵਿੱਚ। ਕਾਰਬਨ ਆਇਨਸ ਦੇ ਵਿੱਚ ਕੀ ਹੈ,
ਤਿੰਨ ਤਾਂ ਕਾਰਬਨ ਦੇ ਬੌਂਡ ਨੇ, ਠੀਕ ਹੈ। ਸਭ ਤੋਂ ਪਹਿਲਾਂ ਤਾਂ ਕਾਰਬਨ ਹੈ ਜਿਹੜੀ sp3 ਹਾਈਬ੍ਰਿਡਾਈਜ਼ਡ ਹੈ। sp3 ਹਾਈਬ੍ਰਿਡਾਈਜ਼ਡ ਹੈ ਮਤਲਬ 4 ਔਰਬਿਟਲ ਹੋਣਗੇ ਉਹਦੇ, 3 p ਤੇ 1 s, ਟੋਟਲ ਮਿਲ ਕੇ 3 + 1 4 ਔਰਬਿਟਲ ਹਾਈਬ੍ਰਿਡਾਈਜ਼ਡ ਔਰਬਿਟਲ ਬਣਾਉਂਦੇ ਨੇ, ਠੀਕ ਹੈ। ਉਹਦੇ ਵਿੱਚੋਂ 4 ਔਰਬਿਟਲਾਂ ਵਿੱਚੋਂ 3 ਤਾਂ ਬੌਂਡ ਬਣ ਗਏ, ਠੀਕ ਹੈ। ਚੌਥਾ ਜਿਹੜਾ ਹੈ ਉਹ ਉਸ ਔਰਬਿਟਲ ਦੇ ਵਿੱਚ ਕੀ ਆ, ਲੋਨ ਪੇਅਰ ਹੈ ਜਿਹੜਾ ਉਹ ਪ੍ਰੈਜੈਂਟ ਹੋਊਗਾ, ਠੀਕ ਹੈ। ਅਤੇ ਚਾਰੇ ਜਿਹੜੇ ਨੇ ਉਹ ਟੈਟਰਾਹਾਈਡਰਲ ਦੇ ਕਾਰਨਰਸ ਦੇ ਵੱਲ ਡਾਇਰੈਕਟਡ ਹੋਣਗੇ, ਮਤਲਬ ਟੈਟਰਾਹਾਈਡਰਲ ਜਿਓਮੈਟਰੀ ਹੋਊਗੀ। ਉਸ ਤੋਂ ਬਾਅਦ ਕਿਉਂਕਿ ਤਿੰਨੋਂ ਹੀ ਬੌਂਡ ਨੇ, ਠੀਕ ਹੈ, ਇੱਕ ਲੋਨ ਪੇਅਰ ਆ, ਲੋਨ ਪੇਅਰ ਨੂੰ ਆਪਾਂ ਸ਼ੇਪ ਦੇਖਦੇ ਹਾਂ ਜਦੋਂ ਉਦੋਂ ਇਗਨੋਰ ਕਰ ਦਿੰਦੇ ਹਾਂ, ਸਿਰਫ ਬੌਂਡਸ ਦੇਖਦੇ ਹੁੰਦੇ ਹਾਂ, ਤਾਂ ਇਹਦੀ ਸ਼ੇਪ ਕੀ ਹੋਊਗੀ, ਪਿਰਾਮਿਡਲ, ਠੀਕ ਹੈ। ਇਹਦੀ ਜਿਹੜੀ ਸ਼ੇਪ ਹੈ, ਤਿੰਨ ਤਾਂ ਇਹਨੇ ਬੌਂਡ ਬਣਾ ਲਏ। ਜੇ ਆਪਾਂ ਦੇਖੀਏ ਇੱਥੇ ਵੀ ਬੌਂਡ ਹੁੰਦਾ ਤਾਂ ਇਹ ਕੀ ਬਣ ਗਿਆ, ਟੈਟਰਾਹਾਈਡਰਲ, ਜਿਵੇਂ ਮਿਥੇਨ ਹੁੰਦਾ। ਹੁਣ ਆਹ ਲੋਨ ਪੇਅਰ ਹੈ, ਇਹਨੂੰ ਆਪਾਂ ਇਗਨੋਰ ਕਰਤਾ ਤਾਂ ਆਹ ਚੀਜ਼ ਕੀ ਬਣ ਗਈ, ਇੱਦਾਂ, ਠੀਕ ਹੈ, ਇੱਦਾਂ ਚੀਜ਼ ਬਣ ਗਈ ਇਹ। ਮਤਲਬ ਆਹ ਚੀਜ਼ ਜੇ ਤੁਸੀਂ ਇੱਦਾਂ ਦੇਖੋ, ਆਹ ਕਾਰਬਨ ਪਈ ਹੈ, ਠੀਕ ਹੈ, 1 2 3, ਆਹ ਤਿੰਨ ਇਹਦੇ RRR ਗਰੁੱਪਸ ਨੇ, ਠੀਕ ਹੈ। ਤਾਂ ਇੱਕ ਪਿਰਾਮਿਡ ਦੀ ਤਰ੍ਹਾਂ ਇਹ ਜਿਹੜਾ ਹੈ ਉਹ ਬਣ ਗਿਆ, ਠੀਕ ਹੈ। ਲੋਨ ਪੇਅਰ ਨੂੰ ਜੇ ਆਪਾਂ ਇਗਨੋਰ ਕਰ ਦਈਏ। ਹੁਣ ਉਸ ਤੋਂ ਬਾਅਦ ਲੋਨ ਪੇਅਰ ਹੈ ਜਿਹੜਾ ਉਹ sp3 ਹਾਈਬ੍ਰਿਡਾਈਜ਼ਡ ਔਰਬਿਟਲ ਦੇ ਵਿੱਚ ਹੈ। ਕਾਰਬਨ ਹੈ ਜਿਹੜੀ ਉਹ ਵੀ sp3 ਹਾਈਬ੍ਰਿਡਾਈਜ਼ਡ ਹੈ, ਤਿੰਨ ਦੇ ਬੌਂਡ ਬਣੇ ਹੋਏ ਨੇ, ਠੀਕ ਹੈ। ਹੁਣ ਉਸ ਤੋਂ ਬਾਅਦ ਹੁਣ ਆਹ ਜਿਹੜਾ ਲੋਨ ਪੇਅਰ ਹੈ ਇਹਨੇ ਵਾਧੂ ਥਾਂ ਘੇਰਿਆ ਹੋਇਆ ਹੋਊਗਾ ਐਜ਼ ਕੰਪੇਅਰ ਟੂ, ਹੁਣ ਇੱਕ ਦੇਖੋ ਇਹ ਮੋਟਾ ਬੰਦਾ ਹੈ, ਇਹ ਪਤਲੇ ਨੇ ਤਿੰਨ ਜਾਣੇ, ਠੀਕ ਹੈ। ਤਾਂ ਮੋਟਾ ਬੰਦਾ ਵੱਧ ਥਾਂ ਘੇਰੂਗਾ ਪਤਲਿਆਂ ਦੇ ਨਾਲੋਂ। ਉਸ ਤੋਂ ਬਾਅਦ ਕਹਿ ਲਓ ਵੀ ਜੇ ਓਨਾ ਹੀ ਥਾਂ ਅਵੇਲੇਬਲ ਹੈ ਤਾਂ ਜਿਹੜਾ ਬੰਦਾ ਇੱਦਾਂ ਕਹਿ ਲਓ ਵੀ ਹਾਂ ਭਾਰਾ ਹੈ, ਮੋਟਾ ਹੈ, ਠੀਕ ਹੈ, ਉਹ ਦੂਸਰਿਆਂ ਨੂੰ ਥਾਂ ਘੱਟ ਛੱਡੂਗਾ, ਦੂਸਰਿਆਂ ਨੂੰ ਭੀੜਾ ਹੋ ਕੇ ਬੈਠਣਾ ਪਊਗਾ। ਇਹੀ ਚੀਜ਼ ਇਹਦੇ ਵਿੱਚ ਹੁੰਦੀ ਹੈ। ਜੇ ਤਾਂ ਚਾਰੇ ਬੌਂਡ ਹੁੰਦੇ ਫਿਰ ਤਾਂ ਬੌਂਡ ਐਂਗਲ ਕਿੰਨਾ ਹੁੰਦਾ, 109 ਡਿਗਰੀ 28 ਮਿੰਟ, ਠੀਕ ਹੈ। ਪਰ ਹੁਣ ਇੱਥੇ ਇੱਕ ਲੋਨ ਪੇਅਰ ਪਿਆ, ਤਿੰਨ ਬੌਂਡ ਪੇਅਰ ਨੇਗੇ, ਠੀਕ ਹੈ। ਤਾਂ ਲੋਨ ਪੇਅਰ ਜਿਹੜਾ ਵੱਧ ਥਾਂ ਘੇਰਦਾ, ਜਦੋਂ ਵੱਧ ਥਾਂ ਘੇਰੂਗਾ ਆਹ ਵੀ ਇਲੈਕਟ੍ਰੋਨ ਨੇ, ਆਹ ਵੀ ਤਿੰਨੇ ਇਲੈਕਟ੍ਰੋਨ ਪੇਅਰਸ ਨੇ, ਠੀਕ ਹੈ। ਤਾਂ ਆਹ ਇਲੈਕਟ੍ਰੋਨਸ ਨੇ ਜਿਹੜੇ ਇਹਨਾਂ ਇਲੈਕਟ੍ਰੋਨਸ ਨੂੰ ਰਿਪੈਲ ਕਰਨਗੇ ਤਾਂ ਬੌਂਡ ਐਂਗਲ ਹੈ ਜਿਹੜਾ ਉਹ ਘੱਟ ਜੂਗਾ, ਠੀਕ ਹੈ। ਆ ਜਿਹੜਾ ਇਲੈਕਟ੍ਰੋਨ ਪੇਅਰ ਹੈ ਇਹ ਇਹਨਾਂ ਬੌਂਡ ਪੇਅਰਸ ਨੂੰ ਇੱਧਰ ਨੂੰ ਰਿਪੈਲ ਕਰੂਗਾ। ਮਤਲਬ ਜੇ ਇੱਦਾਂ ਸੀ ਬੌਂਡ ਤਾਂ ਇੱਦਾਂ ਹੋ ਗਏ, ਠੀਕ ਹੈ, ਨੇੜੇ ਆ ਗਏ ਇੱਕ ਦੂਸਰੇ ਦੇ, ਤਾਂ ਬੌਂਡ ਐਂਗਲ ਕੀ ਹੋ ਗਿਆ, ਘੱਟ ਗਿਆ। ਬੌਂਡ ਐਂਗਲ ਘੱਟ ਗਿਆ ਤਾਂ ਜਿਹੜਾ ਇਹਦਾ ਬੌਂਡ ਐਂਗਲ ਹੈ 109 ਡਿਗਰੀ 28 ਮਿੰਟ ਤੋਂ ਘੱਟ ਹੋਊਗਾ। ਜਿਹੜਾ ਜ਼ਿਆਦਾਤਰ ਕੇਸਿਸ ਦੇ ਵਿੱਚ ਓਬਜ਼ਰਵ ਕੀਤਾ ਜਾਂਦਾ ਉਹ ਜਿਹੜਾ ਹੈ 100 ਦੇ ਨੇੜੇ ਤੇੜੇ ਆਉਂਦਾ, ਠੀਕ ਆ। ਇਹਦਾ ਜਿਹੜਾ ਬੌਂਡ ਐਂਗਲ ਹੈ। ਹੁਣ ਦੂਸਰਾ ਜਿਹੜਾ ਕੇਸ ਹੈ ਆਪਣੇ ਕੋਲੇ ਉਹ ਹੈ ਰੈਜ਼ੋਨੈਂਸ ਸਟੇਬਲਾਈਜ਼ਡ ਕਾਰਬਨ ਆਇਨਸ। ਹੁਣ ਇਹੋ ਜਿਹੇ ਕਈ ਕਾਰਬਨ ਆਇਨਸ ਹੁੰਦੇ ਨੇ ਜਿਵੇਂ ਕਿ ਅਲਾਈਲ ਕਹਿ ਲਓ ਵੀ ਇੱਥੋਂ ਕੀ ਹੋਊਗਾ, ਇਹ ਇੱਥੇ ਆ ਗਏ ਇਲੈਕਟ੍ਰੋਨਸ, ਇੱਥੋਂ ਇੱਥੇ ਚਲਾ ਗਿਆ ਇਹ ਨੈਗੇਟਿਵ ਚਾਰਜ, ਠੀਕ ਹੈ। ਸੇਮ ਹੀ ਚੀਜ਼ ਬਣ ਗਈ ਅਲਾਈਲ ਵਾਲੀ। ਤਾਂ ਇਹ ਜਿਹੜੇ ਨੇ ਇਹ ਰੈਜ਼ੋਨੈਂਸ ਸਟੇਬਲਾਈਜ਼ ਹੋਣਗੇ। ਹੁਣ ਰੈਜ਼ੋਨੈਂਸ ਸਟੇਬਲਾਈਜ਼ ਹੋਣ ਦੇ ਲਈ ਦੇਖੋ ਆਹ ਮੰਨ ਲਓ ਹੈ ਕਾਰਬੋਕੇਟਾਇਨ, ਠੀਕ ਹੈ, ਇੱਥੇ ਪਏ ਆ 2 ਇਲੈਕਟ੍ਰੋਨ, ਕਾਰਬੇ ਅਨਾਇਨ ਹੈ, ਅਤੇ ਆਹ ਜਿਹੜਾ ਹੈ ਇਹ ਓਵਰਲੈਪ ਹੋ ਕੇ ਇਹਨੇ ਪਾਈ ਬੌਂਡ ਬਣਾਇਆ ਹੋਇਆ, ਠੀਕ ਹੈ। ਤਾਂ ਹੁਣ ਇਹਦੇ ਨਾਲ ਰੈਜ਼ੋਨੈਂਸ ਕਰਨ ਦੇ ਲਈ ਜੇ ਤਾਂ ਇਹ ਇੱਦਾਂ ਹੋਊਗਾ ਫਿਰ ਤਾਂ ਇਹ ਟੈਟਰਾਹਾਈਡਰਲ ਬਣ ਗਿਆ, ਠੀਕ ਹੈ। ਤਾਂ ਆਹ ਲੋਨ ਪੇਅਰ ਇੱਦਾਂ ਪਿਆ ਹੋਊਗਾ, ਇੱਥੇ ਇੱਕ ਹੋਰ ਔਰਬਿਟਲ ਬਣ ਜੂਗਾ। ਚੌਥਾ ਜਿਹੜਾ ਆਹ ਵਾਲਾ ਹੈ ਉੱਦਾਂ ਪਿਆ ਹੋਊਗਾ ਅਤੇ ਉਹ ਔਰਬਿਟਲ ਇਹਦੇ ਨਾਲ ਇਨ ਪਲੇਨ ਨਹੀਂ ਹੋਊਗਾ ਅਤੇ ਇਹ ਓਵਰਲੈਪ ਨਹੀਂ ਕਰ ਸਕਦੇ। ਤਾਂ ਹੁਣ ਓਵਰਲੈਪ ਕਦੋਂ ਕਰਨਗੇ, ਜਦੋਂ ਆਹ ਜਿਹੜਾ ਹੈ ਪੀ ਔਰਬਿਟਲ ਦੇ ਵਿੱਚ ਪ੍ਰੈਜੈਂਟ ਹੋਵੇ। ਜੇ ਇੱਕ ਪੀ ਔਰਬਿਟਲ ਅਲੱਗ ਨਿਕਲ ਗਿਆ sp3 ਦੇ ਵਿੱਚੋਂ ਇੱਕ ਪੀ ਔਰਬਿਟਲ ਅੱਡ ਨਿਕਲ ਗਿਆ ਜਿਹਦੇ ਵਿੱਚ ਲੋਨ ਪੇਅਰ ਪਿਆ, ਤਾਂ ਰਹਿ ਗਏ ਕਿੰਨੇ, 2। ਤਾਂ ਇਹਦੀ ਹਾਈਬ੍ਰਿਡਾਈਜੇਸ਼ਨ ਕਿੰਨੀ ਹੋਊਗੀ ਕਾਰਬਨ ਦੀ, sp2। ਇਹ ਚੀਜ਼ ਦਾ ਧਿਆਨ ਰੱਖਿਓ। ਜੇ ਤਾਂ ਸਿੰਪਲ ਕਾਰਬਨ ਆਇਨ ਹੈ ਤਾਂ ਉਹਦੀ ਹਾਈਬ੍ਰਿਡਾਈਜੇਸ਼ਨ ਕੀ ਹੋਊਗੀ, sp3 ਕਾਰਬਨ ਦੀ। ਜੇ ਰੈਜ਼ੋਨੈਂਸ ਸਟੇਬਲਾਈਜ਼ਡ ਹੈ, ਠੀਕ ਹੈ, ਤਾਂ ਇਸ ਕਾਰਬਨ ਦੀ ਹਾਈਬ੍ਰਿਡਾਈਜੇਸ਼ਨ ਕੀ ਹੋਊਗੀ, sp2 ਹਾਈਬ੍ਰਿਡਾਈਜੇਸ਼ਨ। ਕਿਉਂਕਿ ਇੱਕ ਪੀ ਔਰਬਿਟਲ ਉਹਨੂੰ ਚਾਹੀਦਾ ਰੈਜ਼ੋਨੈਂਸ ਕਰਨ ਦੇ ਲਈ, ਅਤੇ ਆਹ ਪੀ ਔਰਬਿਟਲ ਇਹਦੇ ਨਾਲ ਇਨ ਪਲੇਨ ਹੋਊਗਾ ਤਾਂ ਹੀ ਇਹ ਜਿਹੜਾ ਹੈ ਓਵਰਲੈਪ ਕਰਕੇ ਰੈਜ਼ੋਨੈਂਸ ਦੇ ਵਿੱਚ ਟੇਕ ਪਾਰਟ ਕਰ ਸਕਦਾ। ਉਸ ਤੋਂ ਬਿਨਾਂ ਜੇ ਇਹ ਹਾਈਬ੍ਰਿਡ ਔਰਬਿਟਲ ਦੇ ਵਿੱਚ ਆ ਜਾਊਗਾ ਤਾਂ ਇਹ ਰੈਜ਼ੋਨੈਂਸ ਦੇ ਵਿੱਚ ਟੇਕ ਪਾਰਟ ਨਹੀਂ ਕਰ ਸਕਦਾ। ਇਹ ਚੀਜ਼ ਦਾ ਧਿਆਨ ਰੱਖਿਓ, ਠੀਕ ਹੈ। ਤਾਂ 2 ਤਰ੍ਹਾਂ ਦੇ ਇਹਦੇ ਹੋਣਗੇ। ਜੇ ਨਾਰਮਲ ਹੈ ਤਾਂ ਟੈਟਰਾਹਾਈਡਰਲ ਜਿਓਮੈਟਰੀ ਹੋਊਗੀ ਅਤੇ ਸ਼ੇਪ ਕੀ ਹੋਊਗੀ ਉਹਦੀ, ਪਿਰਾਮਿਡਲ, ਠੀਕ ਹੈ। ਅਤੇ sp3 ਹਾਈਬ੍ਰਿਡਾਈਜੇਸ਼ਨ ਹੋਊਗੀ ਕਾਰਬਨ ਦੀ। ਜੇ ਰੈਜ਼ੋਨੈਂਸ ਸਟੇਬਲਾਈਜ਼ਡ ਹੈ ਤਾਂ ਜਿਓਮੈਟਰੀ ਹੋਊਗੀ ਉਹਦੀ ਟਰਾਈਗੋਨਲ ਪਲੇਨਰ, 3 ਬੌਂਡ ਬਣਾਊਗਾ, ਠੀਕ ਹੈ। ਉਸ ਤੋਂ ਬਾਅਦ ਉਹਦੀ ਸ਼ੇਪ ਕੀ ਹੋਊਗੀ, ਪਲੇਨਰ ਹੋਊਗੀ ਇੱਕ ਪਲੇਨ ਦੇ ਵਿੱਚ, ਜਾਂ ਫਿਰ ਕਹਿ ਲਓ ਫਲੈਟ ਹੋਊਗੀ, ਠੀਕ ਹੈ। ਉਸ ਤੋਂ ਬਾਅਦ ਕਾਰਬਨ ਦੀ ਹਾਈਬ੍ਰਿਡਾਈਜੇਸ਼ਨ ਕਿੰਨੀ ਹੋਊਗੀ, sp2। ਇਹ ਚੀਜ਼ਾਂ ਦਾ ਧਿਆਨ ਰੱਖਣਾ, ਠੀਕ ਹੈ। 3 ਕਾਮਨ ਜਿਹੜੇ ਨੇ ਕਾਰਬਨ ਆਇਨਸ ਜਿਹੜੇ ਪਲੇਨਰ ਹੁੰਦੇ ਨੇ ਉਹ ਕਿਹੜੇ ਨੇ, ਅਲਾਈਲ, ਬੈਂਜ਼ਾਈਲ ਅਤੇ ਐਸੀਟਾਲਡੀਹਾਈਡ, ਜਿਨ੍ਹਾਂ ਦੇ ਵਿੱਚ ਰੈਜ਼ੋਨੈਂਸ ਹੁੰਦੀ ਹੈ। ਹੁਣ ਆ ਵੀ ਦੇਖੋ ਇਹ ਇੱਥੇ ਚਲੇ ਗਏ ਬੌਂਡ,
ਆ ਇਲੈਕਟ੍ਰੋਨ ਇੱਥੇ ਬੌਂਡ ਬਣਾ ਲਿਆ, ਇੱਧਰੋਂ ਇੱਥੇ ਚਲੇ ਗਿਆ ਆਕਸੀਜਨ ਦੇ ਉੱਪਰ ਲੋਨ ਪੇਅਰ, ਠੀਕ ਹੈ। ਆਹੀ ਚੀਜ਼ ਜੇ ਕਾਰਬਨ ਇੱਥੇ ਡਬਲ ਬੌਂਡ ਬਣਾ ਲੂਗੀ ਤਾਂ ਆਹ ਅੰਦਰ ਜਿਹੜੇ ਇਲੈਕਟ੍ਰੋਨਸ ਨੇ ਅੰਦਰ ਬੈਂਜ਼ੀਨ ਰਿੰਗ ਦੇ ਵਿੱਚ ਘੁੰਮ ਕੇ ਰੈਜ਼ੋਨੈਂਸ ਕਰਨਗੇ। ਜਿੱਥੇ ਰੈਜ਼ੋਨੈਂਸ ਹੋਊਗੀ ਉੱਥੇ ਜਿਹੜੀ ਕਾਰਬਨ ਆਇਨ ਹੈ ਜਿਹੜਾ ਉਹਦਾ ਸਟਰਕਚਰ ਕੀ ਹੋਊਗਾ, ਪਲੇਨਰ, ਠੀਕ ਹੈ, ਬਿਨਾਂ ਰੈਜ਼ੋਨੈਂਸ ਤੋਂ ਪਿਰਾਮਿਡਲ। ਕਲਾਸੀਫਿਕੇਸ਼ਨ ਕਾਰਬਨ ਆਇਨਸ ਨੇ ਜਿਹੜੇ ਉਹ ਵੀ ਕਾਰਬੋਕੈਟਾਇਨਸ ਵਾਂਗੂ 3 ਤਰ੍ਹਾਂ ਦੀ ਕਲਾਸੀਫਿਕੇਸ਼ਨ ਉਹਨਾਂ ਦੀ ਹੋ ਸਕਦੀ ਹੈ, ਪ੍ਰਾਇਮਰੀ, ਸੈਕੰਡਰੀ, ਟਰਸ਼ਰੀ। ਜੇ ਪ੍ਰਾਇਮਰੀ ਦੇ ਵਿੱਚ 1 ਕਾਰਬਨ ਜੁੜੀ ਵੀ ਹੋਊਗੀ, ਸੈਕੰਡਰੀ ਦੇ ਵਿੱਚ 2 ਹੋਣਗੀਆਂ ਅਤੇ ਟਰਸ਼ਰੀ ਦੇ ਵਿੱਚ 3 ਹੋਣਗੀਆਂ। ਜੇ ਕੋਈ ਵੀ ਨਹੀਂ ਹੈਗੀ, ਤਿੰਨੇ ਹਾਈਡਰੋਜਨਾਂ ਨੇ, ਤਾਂ ਮਿਥਾਈਲ ਕਾਰਬਨ ਆਇਨ, ਇਹਨੂੰ ਆਪਾਂ ਇੱਕ ਸਪੈਸ਼ਲ ਕੇਸ ਲੈ ਕੇ ਚੱਲਾਂਗੇ। ਉਸ ਤੋਂ ਬਾਅਦ ਆ ਜਾਂਦੀ ਆਪਣੇ ਕੋਲ ਸਟੇਬਿਲਿਟੀ। ਹੁਣ ਆਰਡਰ ਆਫ ਸਟੇਬਿਲਿਟੀ ਹੈ ਜਿਹੜਾ ਕਾਰਬਨ ਆਇਨਸ ਦਾ, ਉਹ ਕੀ ਓਬਜ਼ਰਵ ਕੀਤਾ ਗਿਆ, ਮਿਥਾਈਲ ਸਭ ਤੋਂ ਵੱਧ, ਫਿਰ ਪ੍ਰਾਇਮਰੀ, ਫਿਰ ਸੈਕੰਡਰੀ, ਫਿਰ ਟਰਸ਼ਰੀ, ਠੀਕ ਹੈ। ਕਾਰਬੋਕੈਟਾਇਨ ਦੇ ਵਿੱਚ ਕੀ ਸੀ, ਉਲਟਾ ਸੀ, ਟਰਸ਼ਰੀ ਸਭ ਤੋਂ ਵੱਧ ਸੀਗਾ, ਫਿਰ ਸੈਕੰਡਰੀ ਸੀਗਾ, ਫਿਰ ਪ੍ਰਾਇਮਰੀ ਸੀਗਾ, ਫਿਰ ਮਿਥਾਈਲ ਸੀਗਾ। ਹੁਣ ਇਹਦੇ ਵਿੱਚ ਉਲਟਾ ਕਿਉਂ ਹੈ, ਇਹਦੇ ਵਿੱਚ ਉਲਟਾ ਉਹੀ ਚੀਜ਼ ਜਿਹੜੀ ਉੱਥੇ ਆਪਾਂ ਐਕਸਪਲੇਨ ਕੀਤੀ ਸੀ, ਉੱਥੇ ਸੀਗਾ ਪੋਜ਼ੀਟਿਵ ਚਾਰਜ, ਇੱਥੇ ਹੈ ਨੈਗੇਟਿਵ, ਤਾਂ ਦੋਨੇ ਇੱਕ ਦੂਸਰੇ ਨਾਲੋਂ ਉਲਟ ਜਾਣਗੇ। ਇਹ ਚੀਜ਼ ਦਾ ਧਿਆਨ ਰੱਖਣਾ, ਜੇ ਇਹਦਾ ਆਰਡਰ ਵਧੂਗਾ ਤਾਂ ਉਹਦਾ ਆਰਡਰ ਘਟੂਗਾ, ਠੀਕ ਹੈ, ਕਿਉਂਕਿ ਚਾਰਜ ਉਲਟਾ ਹੈ, ਉੱਥੇ ਪੋਜ਼ੀਟਿਵ ਸੀ, ਇੱਥੇ ਨੈਗੇਟਿਵ ਹੈ। ਇਹ ਤੁਸੀਂ ਚਾਹੇ ਤਾਂ ਕੰਪੇਅਰ ਕਰਕੇ ਯਾਦ ਰੱਖ ਲਿਓ ਵੀ ਹਾਂ ਜਿਹੜੀ ਚੀਜ਼ ਕਾਰਬੋਕੈਟਾਇਨ 'ਚ ਹੁੰਦੀ ਆ ਉਦੋਂ ਉਲਟਾ ਕਾਰਬਨ ਆਇਨ 'ਚ ਹੋਊਗਾ, ਠੀਕ ਹੈ। ਵੈਸੇ ਇਹ ਯਾਦ ਈਜ਼ੀਲੀ ਹੋ ਹੀ ਜਾਊਗਾ ਕਿਉਂਕਿ ਇਹਦੇ ਵਿੱਚ ਕੀ ਆ, ਮਿਥਾਈਲ ਗਰੁੱਪ ਹੀ ਪ੍ਰੈਜ਼ੈਂਟ ਹੋਣਗੇ। ਜਿਵੇਂ ਆਪਾਂ ਜਦੋਂ ਦੇਖਦੇ ਹਾਂ ਟਰਸ਼ਰੀ ਦੇ ਵਿੱਚ, ਠੀਕ ਹੈ, 3 ਮਿਥਾਈਲ ਗਰੁੱਪਸ ਪ੍ਰੈਜ਼ੈਂਟ ਹੋਣਗੇ। ਹੁਣ ਮਿਥਾਈਲ ਗਰੁੱਪਸ ਕੀ ਕਰਦੇ ਨੇਗੇ, ਪਲੱਸ ਆਈ ਇਫੈਕਟ ਹੁੰਦਾ ਉਹਨਾਂ ਦਾ, ਇਲੈਕਟ੍ਰੋਨਸ ਆਪਦੇ ਡੋਨੇਟ ਕਰਦੇ ਆ ਕਾਰਬਨ ਨੂੰ। ਹੁਣ ਕਾਰਬਨ ਦੇ ਉੱਪਰ ਪਹਿਲਾਂ ਹੀ 2 ਇਲੈਕਟ੍ਰੋਨ ਪਏ ਨੇ, ਕਾਰਬਨ ਕੋਲ ਹੈਗਾ ਨੈਗੇਟਿਵ ਚਾਰਜ, ਠੀਕ ਹੈ। ਜੇ ਇਹ ਵੀ ਡੋਨੇਟ ਕਰੀ ਜਾਣਗੇ ਤਾਂ ਕਾਰਬਨ ਦੇ ਉੱਪਰ ਨੈਗੇਟਿਵ ਚਾਰਜ ਹੋਰ ਵੀ ਜ਼ਿਆਦਾ ਵੱਧ ਜੂਗਾ, ਠੀਕ ਆ। ਅਤੇ ਜਿੰਨਾ ਜ਼ਿਆਦਾ ਨੈਗੇਟਿਵ ਚਾਰਜ ਵਧੂਗਾ ਓਨਾ ਹੀ ਜ਼ਿਆਦਾ ਜਿਹੜਾ ਕਾਰਬਨ ਆਇਨ ਹੈ ਅਨਸਟੇਬਲ ਹੋਊਗਾ, ਠੀਕ ਹੈ। ਇਹਦੇ ਵਿੱਚ 2 ਗਰੁੱਪਸ ਨੇ ਤਾਂ ਇਸ ਤੋਂ ਥੋੜ੍ਹੇ ਜਿਹੇ ਘੱਟ ਇਲੈਕਟ੍ਰੋਨਸ ਡੋਨੇਟ ਕਰਨਗੇ। ਇਹਦੇ ਵਿੱਚ ਇੱਕ ਹੈ ਸਭ ਤੋਂ ਘੱਟ, ਉਸ ਤੋਂ ਘੱਟ ਇਲੈਕਟ੍ਰੋਨਸ ਡੋਨੇਟ ਕਰਨਗੇ। ਇਹਦੇ ਵਿੱਚ ਕੋਈ ਵੀ ਨਹੀਂ ਹੈ, ਇੱਥੇ ਹਾਈਡਰੋਜਨਸ ਇਲੈਕਟ੍ਰੋਨ ਡੋਨੇਟ ਨਹੀਂ ਕਰਨਗੀਆਂ। ਤਾਂ ਇਹ ਜਿਹੜਾ ਹੈ ਸਭ ਤੋਂ ਵੱਧ ਸਟੇਬਲ ਹੈ, ਇਹ ਉਸ ਤੋਂ ਘੱਟ ਸਟੇਬਲ ਹੈ, ਇਹ ਉਸ ਤੋਂ ਘੱਟ ਹੈ, ਇਹ ਸਭ ਤੋਂ ਘੱਟ ਸਟੇਬਲ ਹੋਊਗਾ। ਕਿਉਂਕਿ ਇਹਦੇ ਵਿੱਚ 3 ਜਿਹੜੇ ਇਲਕਾਈਲ ਗਰੁੱਪਸ ਉਹ ਕਾਰਬਨ ਨੂੰ ਇਲੈਕਟ੍ਰੋਨਸ ਡੋਨੇਟ ਕਰਕੇ ਕਾਰਬਨ ਦੇ ਉੱਪਰ ਇਲੈਕਟ੍ਰੋਨ ਡੈਂਸਿਟੀ ਵਧਾ ਰਹੇ ਆ, ਜੋ ਕਿ ਕਾਰਬਨ ਨੂੰ ਅਨਸਟੇਬਲ ਕਰ ਰਿਹਾ, ਠੀਕ ਹੈ। ਤਾਂ ਆਹ ਸਭ ਤੋਂ ਘੱਟ ਸਟੇਬਲ ਹੋਊਗਾ, ਆਹ ਸਭ ਤੋਂ ਵੱਧ ਸਟੇਬਲ ਹੋਊਗਾ। ਆਹੀ ਜਿਹੜੀ ਹੈ ਸਟੇਬਿਲਿਟੀ ਦਾ ਆਰਡਰ ਹੈ ਜਿਹੜਾ ਇੰਡਕਟਿਵ ਇਫੈਕਟ ਦੇ ਵਿੱਚ ਦੇ ਰੱਖਿਆ, ਆਹੀ ਹੈ ਮਿਥਾਈਲ, ਫਿਰ ਪ੍ਰਾਇਮਰੀ, ਫਿਰ ਸੈਕੰਡਰੀ, ਫਿਰ ਟਰਸ਼ਰੀ। ਹੁਣ ਉਸ ਤੋਂ ਬਾਅਦ ਨੈਕਸਟ ਚੀਜ਼ ਹੈ ਇਹਦੇ ਵਿੱਚ ਇਫੈਕਟ ਆਫ ਹਾਈਬ੍ਰਿਡਾਈਜੇਸ਼ਨ। ਹੁਣ ਹਾਈਬ੍ਰਿਡਾਈਜੇਸ਼ਨ ਹੈ ਜਿਹੜੀ ਉਹ ਕਾਰਬਨ ਆਇਨਸ ਨੂੰ ਕਿਵੇਂ ਇਫੈਕਟ ਕਰਦੀ ਹੈ। ਜਦੋਂ ਆਪਾਂ ਹਾਈਬ੍ਰਿਡਾਈਜੇਸ਼ਨ ਦੀ ਜਿੱਥੇ ਗੱਲ ਆ ਗਈ ਨਾ, ਜੇ ਆਪਾਂ ਸਟੇਬਿਲਿਟੀ ਆਰਡਰ ਜਿਹੜਾ ਦੇਖਣਾ ਹੈ ਅਤੇ ਹਾਈਬ੍ਰਿਡਾਈਜੇਸ਼ਨ ਦੇ ਅਕੋਰਡਿੰਗ ਦੇਖਣਾ, ਉੱਥੇ ਚੁੱਪ ਕਰਕੇ ਬਸ ਆਪਾਂ ਸਿਰਫ ਐਸ ਕਰੈਕਟਰ ਦੇਖਣਾ, ਹੋਰ ਕੁਛ ਨਹੀਂ ਦੇਖਣਾ, ਠੀਕ ਹੈ। ਐਸ ਕਰੈਕਟਰ ਦੇਖੋ ਅਤੇ ਇਲੈਕਟ੍ਰੋਨਸ ਦੇਖੋ ਕਿੰਨੇ ਨੇ, ਬਸ 2 ਚੀਜ਼ਾਂ ਦੇਖਣੀਆਂ ਨੇ। ਹੁਣ ਜਿਹੜਾ ਟ੍ਰਿਪਲ ਬੌਂਡ ਹੈ, ਆਪਾਂ ਨੂੰ ਪਤਾ ਟ੍ਰਿਪਲ ਬੌਂਡ ਕਾਰਬਨ ਦੀ ਹਾਈਬ੍ਰਿਡਾਈਜੇਸ਼ਨ ਕੀ ਹੁੰਦੀ ਹੈ, SP। ਡਬਲ ਬੌਂਡਡ ਦੀ ਕੀ ਹੁੰਦੀ ਹੈ, SP2। ਸਿੰਗਲੀ ਬੌਂਡਡ ਦੀ ਕੀ ਹੁੰਦੀ ਆ, SP3, ਠੀਕ ਹੈ। ਹੁਣ SP ਹਾਈਬ੍ਰਿਡਾਈਜ਼ਡ ਜਿਹੜੀ ਕਾਰਬਨ ਹੈ ਉਹਦੇ ਵਿੱਚ ਐਸ ਕਰੈਕਟਰ ਕਿੰਨਾ ਹੋਊਗਾ, ਜਦੋਂ ਆਪਾਂ ਹਾਈਬ੍ਰਿਡਾਈਜੇਸ਼ਨ ਕੀਤੀ ਸੀ ਨਾ ਉੱਥੇ ਮੈਂ ਕਰਵਾਇਆ ਸੀ, ਠੀਕ ਹੈ। 2 ਹੀ ਆਰਬਿਟਲ ਨੇ, ਠੀਕ ਹੈ, ਟੋਟਲ ਆਰਬਿਟਲਸ 2 ਨੇ, ਐਸ ਆਰਬਿਟਲ ਕਿੰਨੇ ਨੇ, 1, ਤਾਂ 1/2, ਠੀਕ ਹੈ। ਇਹੀ ਚੀਜ਼ ਕੀਤੀ ਸੀ ਨਾ ਆਪਾਂ, ਐਸ ਆਰਬਿਟਲ ਕਿੰਨੇ ਨੇ, 1, ਠੀਕ ਹੈ। ਟੋਟਲ ਕਿੰਨੇ ਨੇ, 1s ਹੈ, 1p ਆ, ਠੀਕ ਹੈ। ਤਾਂ 1/2 ਹੋ ਗਿਆ, ਇਹਨੂੰ ਮਲਟੀਪਲਾਈ ਕਰ ਦਿਓ 100 ਦੇ ਨਾਲ, ਤਾਂ ਇਹ ਕਿੰਨਾ ਆ ਗਿਆ, ਐਸ ਕਰੈਕਟਰ ਕਿੰਨਾ ਆ ਗਿਆ, 50%, ਠੀਕ ਹੈ। ਹੁਣ ਜਦੋਂ ਇਹਦੇ ਵਿੱਚ ਦੇਖਾਂਗੇ SP2, ਐਸ ਕਿੰਨਾ 1, p ਕਿੰਨੇ ਨੇ 2, ਟੋਟਲ ਕਿੰਨੇ ਹੋ ਗਏ 1 + 2 3, ਠੀਕ ਹੈ। ਤਾਂ 1/3 × 100 ਇਹ ਕਿੰਨਾ ਹੋ ਗਿਆ 33%। ਜੇ ਆਪਾਂ SP3 ਦੇ ਵਿੱਚ ਦੇਖਦੇ ਹਾਂ ਇਹੀ ਚੀਜ਼, ਤਾਂ ਇਹ ਕਿੰਨਾ ਹੋ ਗਿਆ 1/4 × 100 ਇਹ ਹੋ ਗਿਆ 25%, ਠੀਕ ਹੈ। ਇਹਦੇ ਵਿੱਚ ਐਸ ਕਰੈਕਟਰ ਕਿੰਨਾ 50, ਇਹਦੇ ਵਿੱਚ 33 ਹੈ, ਇਹਦੇ ਵਿੱਚ ਕਿੰਨਾ ਹੈ 25% ਹੈ, ਠੀਕ ਹੈ। ਤਾਂ ਹੁਣ ਤੁਸੀਂ ਦੇਖੋ ਐਸ ਕਰੈਕਟਰ। ਹੁਣ ਜਦੋਂ ਆਪਾਂ ਐਟਮ ਨੂੰ ਦੇਖਦੇ ਹਾਂ, ਐਟਮ ਦੇ ਵਿੱਚ ਕੀ ਹੁੰਦਾ, ਨਿਊਕਲੀਅਸ। ਨਿਊਕਲੀਅਸ ਦੇ ਬਾਅਦ ਸਭ ਤੋਂ ਪਹਿਲਾਂ ਕਿਹੜਾ ਆਰਬਿਟਲ ਆਉਂਦਾ, S, ਫਿਰ ਕਿਹੜਾ ਆਉਂਦਾ P, ਫਿਰ ਕਿਹੜਾ ਆਉਂਦਾ D। ਇਹਦਾ ਮਤਲਬ ਕੀ ਆ ਵੀ ਜਿਹੜਾ S ਆਰਬਿਟਲ ਹੈ ਉਹ ਨਿਊਕਲੀਅਸ ਦੇ ਸਭ ਤੋਂ ਵੱਧ ਨੇੜੇ ਹੈ, ਠੀਕ ਹੈ। ਤਾਂ ਨਿਊਕਲੀਅਸ 'ਤੇ ਕੀ ਹੁੰਦਾ, ਪੋਜ਼ੀਟਿਵ ਚਾਰਜ। ਆਰਬਿਟਲ ਦੇ ਵਿੱਚ ਕੀ ਆਉਂਦੇ ਆ, ਇਲੈਕਟ੍ਰੋਨਸ। ਤਾਂ ਇਹੋ ਜਿਹਾ ਆਰਬਿਟਲ ਜਿਹਦੇ ਵਿੱਚ ਐਸ ਕਰੈਕਟਰ ਮਤਲਬ ਐਸ ਆਰਬਿਟਲ ਦੀ ਜਿਹੜੀ ਕੰਟਰੀਬਿਊਸ਼ਨ ਹੈ 50% ਹੈ, ਉਹ ਨਿਊਕਲੀਅਸ ਦੇ ਸਭ ਤੋਂ ਵੱਧ ਨੇੜੇ ਹੋਊਗਾ। ਨਿਊਕਲੀਅਸ 'ਤੇ ਪੋਜ਼ੀਟਿਵ ਚਾਰਜ, ਇਲੈਕਟ੍ਰੋਨਸ 'ਤੇ ਨੈਗੇਟਿਵ ਹੈ, ਇੱਕ ਦੂਸਰੇ ਨੂੰ ਅਟਰੈਕਟ ਕਰਨਗੇ ਅਤੇ ਉਨੀ ਹੀ ਵੱਧ ਸਟੇਬਿਲਿਟੀ ਹੋਊਗੀ। ਮਤਲਬ ਜੇ ਆਪਣੇ ਕੋਲ ਐਸ ਕਰੈਕਟਰ 50% ਹੈ ਉਹ ਸਭ ਤੋਂ ਵੱਧ ਸਟੇਬਲ ਹੋਊਗਾ, ਠੀਕ ਹੈ। ਜੇ 33% ਹੈ ਉਸ ਤੋਂ ਘੱਟ ਹੋਊਗਾ, ਜੇ 25% ਹੈ ਤਾਂ ਸਭ ਤੋਂ ਘੱਟ ਸਟੇਬਲ ਹੋਊਗਾ ਉਹ, ਠੀਕ ਹੈ। ਇਹ ਚੀਜ਼ ਆਪਾਂ ਦੇਖਣੀ ਹੈ।
एस करैक्टर देखो जिन्ना वध एस करैक्टर होगा उन्नी ही वध स्टेबिलिटी होगी कार्बन अनायन की, ठीक है। कार्बोकटायन नहीं देखना आप उत्थे ये चीज़ उल्टी हो जूगी क्योंकि पॉजिटिव रिपैल करनगे दोनों चीज़ां, ठीक है। जिन्ना एस करैक्टर वध होगा उन्ना वध रिपल्शन होगी। बाकी उत्थे आपां पढ़नी होनी ये चीज़ हाइब्रिडाइजेशन वाली पढ़नी होई नहीं हैगी, ठीक है। तो कार्बन आयन दे विच जे 50% एस करैक्टर है मतलब SP हाइब्रिडाइज्ड कार्बन है, ट्रिपली बॉन्डेड कार्बन है तो वो सब तो वध स्टेबल होगा। डबल बॉन्डेड वाला उस तो घट होगा, सिंगल बॉन्ड वाला सब तो घट होगा। उस तो बाद ये जिहड़ा है ये एल्काइन हुंदी आ अपने कोले है ना, ALKYNE एल्काइन हुंदी आ। तो एल्काइन तो एक हाइड्रोजन कड्डी तो एल्काइनाइल ई कट के YL लाता आपां, ठीक है। पिछों एल्काइन तो आप ई कट के YL लाता कार्बन आयन। इस तरह ही एल्कीन तो बनी ई कट के YL लाता, ए एल्केन तो बनी एन कट के YL लाता आप एल्काइल एल्कीनाइल एल्काइनाइल, ठीक है। तो ये चीज़ां वैसे आप बेसिक वाली वीडियोस जड़ियाँ कीतियां सी उन्हां दे विच कीतियां होईयां ने सारियां, ठीक है। यही चीज़ जी मैं समझाई है भी जिन्ना एस करैक्टर वध होगा उन्नी वध स्टेबिलिटी होगी। एल्काइनाइल सब तो वध होगा, फिर एल्कीनाइल होगा, फिर एल्काइल होगा उस तो बाद, ठीक है, सब तो घट। हुण उस तो बाद आ जांदा अपने कोले रेजोनेंस इफैक्ट। रेजोनेंस इफैक्ट दे विच की आ जांदा अपने कोले भी जो जिथे लोन पेयर कार्बन अनायन दे नाल लोन पेयर वाला कोई आइटम प्रेजेंट हो गया, ठीक है, या फिर कंजुगेशन दे विच हो गया, या फिर मल्टीपल बॉन्ड कोई कंजुगेशन दे विच आ गया, तो उत्थे की होगा रेजोनेंस होगी। रेजोनेंस की करती है स्टेबल करती है। जिमें फॉर एग्जाम्पल अलाइल कार्बन आयन जो आप देखिए, ठीक है, CH2 डबल बॉन्ड CH सिंगल बॉन्ड CH2 दे विच आह इलैक्ट्रॉन पेयर्स ने इलैक्ट्रॉन पेयर है जिहड़ा इत्थे आके इन्हें बॉन्ड बना लिया। हुण आह कार्बन दे 1 2 3 ते 1 4 पूरे हो गए। अपन जिवें हाइड्रोजन नाल तो 5 बॉन्ड हो गए। एक ही करू इत्थों बॉन्ड तोड़ लूगा, आ इलैक्ट्रॉन्स कित्थे चले जाणगे इस बॉन्ड दे इस कार्बन के उपर, तो इत्थे आ गया नैगेटिव चार्ज, ठीक है। तो दो स्ट्रक्चर एक नाल दे इक्विवेलेंट 2 स्ट्रक्चर बन गए, तो ये की आ गई स्टेबिलिटी, ठीक है। तो जिथे रेजोनेंस होगी वह कार्बन आयन्स स्टेबल होणगे, ठीक है। जिथे रेजोनेंस नहीं होगी वो स्टेबल नहीं होणगे। इस तरह ही बेंजाइल दे विच हुंदा। बेंजाइल दे विच की होगा, आ इत्थे आ गया, आ इलैक्ट्रॉन्स इत्थे चले गए, ठीक है। इत्थे बन गया डबल बॉन्ड, इत्थे आ गया नैगेटिव चार्ज, ठीक है। तो आ इदां ही हो गए, ठीक है। उस तो बाद आ नैगेटिव चार्ज ने इत्थे बॉन्ड बना लिया, आ बॉन्ड के इलैक्ट्रॉन्स इत्थे आ गए, तो अपने कोल की बन गया इदां, इत्थे आ गया इलैक्ट्रॉन्स पेयर। हुण इत्थे चलिया गया ए बॉन्ड के इलैक्ट्रॉन्स चले गए इत्थे, तो ये आ गया अपने कोले इदां, ठीक है। तो इत्थे आ गया नैगेटिव चार्ज। अच्छा इत्थे डबल बॉन्ड बनाना आपां, इत्थे भी डबल बॉन्ड, ठीक है। उस तो बाद जो आ इलैक्ट्रॉन इत्थे चले गए तो आ इलैक्ट्रॉन वापस कार्बन कोले, ठीक है। तो इत्थे इत्थे ते इत्थे 3 बॉन्ड आ गए, कार्बन के उपर की चला गया नैगेटिव चार्ज, ठीक है। मतलब रेजोनेंस हुई कितने एक स्ट्रक्चर सीगा, कितने 5 स्ट्रक्चर बन गए, ठीक है। तो 5 स्ट्रक्चर होणगे तो उन्नी वध स्टेबिलिटी होगी रेजोनेंस करके, ठीक है। तो जिथे रेजोनेंस होंदी है वो उत्थे स्टेबिलिटी वध जांदी है। उस तो बाद है अपने कोले इफैक्ट ऑफ सबस्टीट्यूएंट्स। जे इलैक्ट्रॉन विदड्रॉइंग सबस्टीट्यूएंट होगा आर्थो के पैरा पोजीशन के उपर तो स्टेबिलिटी आऊगी, नैगेटिव चार्ज में अपने वाली खिंच लूगा वो तो वह स्टेबल हो जाऊगा, ठीक है, क्योंकि न्यूट्रलाइज हो जाएगा, न्यूट्रलाइज हो गया तो स्टेबल हो जाएगा, ठीक है। उस तो बाद जे जे इलैक्ट्रॉन डोनेटिंग होणगे, ठीक है, वो होर भी इलैक्ट्रॉन से उपर वधा देणगे। आर्थो पैरा पोजीशन के उपर जो इलैक्ट्रॉन डोनेटिंग ग्रुप लग्या होगा तो होर भी इलैक्ट्रॉन्स वध जाणगे कार्बन के उपर, तो इत्थे की हो जाऊगा अपने कोले ये अनस्टेबल हो जाऊगा, ठीक है। तो जिथे इलैक्ट्रॉन विदड्रॉइंग ग्रुप है पैरा तो आर्थो पोजीशन के उपर जिवें पैरा नाइट्रोबेंजाइल कार्बन आयन, ठीक है, वो स्टेबल होगा सब तो वध। उस तो घट की होगा बेंजाइल कार्बन आयन, सब तो घट की होगा इलैक्ट्रॉन डोनेटिंग ग्रुप जो पैरा तो आर्थो पोजीशन के उपर लग्या सब तो घट स्टेबल होगा, ठीक है। नैक्सट है अपने कोले अगला टॉपिक जोड़ा है फ्री रेडिकल्स, तीसरे तरह के अपने कोले रिएक्शन इंटरमीडिएट। हुण फ्री रेडिकल्स की होंदे ने, कार्बोकटायंस जिथे कार्बन के उपर पॉजिटिव चार्ज है, कार्बन आयंस जिथे कार्बन के उपर नैगेटिव चार्ज है, पॉजिटिव वाले तो कोई इलैक्ट्रॉन नहीं होंदा, नैगेटिव वाले तो 2 इलैक्ट्रॉन्स होंदे ने, ठीक है। तो तीसरा केस की बनता जे कार्बन के उपर 1 इलैक्ट्रॉन हो, एक कार्बन के उपर पॉजिटिव चार्ज है, इत्थे कोई इलैक्ट्रॉन नहीं हैगा, एक कार्बन के उपर 1 इलैक्ट्रॉन है, एक कार्बन के उपर 2 इलैक्ट्रॉन्स है, इत्थे आ जांदा नैगेटिव, इत्थे आ जांदा पॉजिटिव। तीसरा केस की बचदा जिथे कार्बन के उपर 1 इलैक्ट्रॉन है, जिथे कार्बन के उपर 1 इलैक्ट्रॉन होगा इस इलैक्ट्रॉन आपां की कहांगे अनपेयर्ड इलैक्ट्रॉन, ठीक है, या फिर कह लो ऑड इलैक्ट्रॉन। ऑड की हुंदा गा
ਇੱਕ ਪਿਆ ਹੋਵੇ ਜਿੱਥੇ, ਠੀਕ ਹੈ। ਔਡ ਇਲੈਕਟ੍ਰੋਨ ਜਾਂ ਅਨਪੇਅਰਡ ਇਲੈਕਟ੍ਰੋਨ ਕਹਾਂਗੇ ਇਹਨੂੰ ਆਪਾਂ, ਠੀਕ ਹੈ। ਅਤੇ ਜਿੱਥੇ ਇੱਕ ਇਲੈਕਟ੍ਰੋਨ ਇੱਦਾਂ ਦਾ ਪ੍ਰੈਜੈਂਟ ਹੋਊਗਾ ਉਸ ਪੂਰੇ ਦੇ ਪੂਰੇ ਸਪੀਸੀਜ਼ ਨੂੰ ਆਪਾਂ ਕੀ ਕਹਾਂਗੇ, ਫ੍ਰੀ ਰੈਡੀਕਲ ਜਾਂ ਫਿਰ ਇਕੱਲਾ ਰੈਡੀਕਲ। ਜਿਵੇਂ ਫੋਰ ਐਗਜ਼ਾਮਪਲ ਹੁਣ ਇਹਨੂੰ ਆਪਾਂ ਕਿਵੇਂ ਰਿਪਰੈਜ਼ੈਂਟ ਕਿਵੇਂ ਕਰਦੇ ਹਾਂ, ਆਪਾਂ ਸਿਰਫ ਇੱਕ ਡਾਟ ਲਾ ਦਿੰਦੇ ਹਾਂ ਮੋਲੀਕਿਊਲ ਦੇ ਉੱਪਰ ਜਾਂ ਐਟਮ ਦੇ ਉੱਪਰ, ਠੀਕ ਹੈ। ਜਿਵੇਂ ਬ੍ਰੋਮੀਨ ਦੇ ਉੱਪਰ ਡਾਟ ਲਾਤਾ ਤਾਂ ਇਹ ਕੀ ਬਣ ਗਿਆ, ਬ੍ਰੋਮੀਨ ਫ੍ਰੀ ਰੈਡੀਕਲ। ਜੇ CH3 ਦੇ ਉੱਪਰ ਡਾਟ ਲਾਤਾ ਤਾਂ ਇਹ ਕੀ ਬਣ ਗਿਆ, ਮਿਥਾਈਲ ਫ੍ਰੀ ਰੈਡੀਕਲ, ਠੀਕ ਹੈ। ਡਾਟ ਤੁਸੀਂ ਇੱਧਰ ਵੀ ਲਗਾ ਸਕਦੇ ਹੋ, ਇੱਧਰ ਵੀ ਲਗਾ ਸਕਦੇ ਹੋ, ਇਹਦਾ ਕੋਈ ਚੱਕਰ ਨਹੀਂ ਹੈਗਾ। ਉਸ ਤੋਂ ਬਾਅਦ ਕਿਉਂਕਿ ਇਹਦੇ ਉੱਪਰ ਕੋਈ ਚਾਰਜ ਨਹੀਂ ਹੁੰਦਾ, ਨਾ ਪੋਜ਼ੀਟਿਵ ਨਾ ਨੈਗੇਟਿਵ, ਤਾਂ ਇਹ ਕੀ ਹੁੰਦੇ ਨੇ, ਨਿਊਟਰਲ ਹੁੰਦੇ ਨੇ, ਠੀਕ ਹੈ। ਉਸ ਤੋਂ ਬਾਅਦ ਹਾਈਲੀ ਰਿਐਕਟਿਵ ਹੋਣਗੇ ਅਤੇ ਬਹੁਤ ਹੀ ਜ਼ਿਆਦਾ ਅਨਸਟੇਬਲ ਹੋਣਗੇ, ਠੀਕ ਹੈ। ਇਹ ਚੀਜ਼ ਦਾ ਧਿਆਨ ਰੱਖਿਓ। ਇਹ ਹੁਣ ਰਿਐਕਟਿਵ ਕਿਉਂ ਹੋਣਗੇ, ਇਹਨਾਂ ਦੇ ਉੱਪਰ ਤਾਂ ਕੋਈ ਚਾਰਜ ਵੀ ਨਹੀਂ ਹੈਗਾ, ਠੀਕ ਹੈ। ਇਹ ਰਿਐਕਟਿਵ ਕਿਉਂ ਨੇ, ਇਹ ਰਿਐਕਟਿਵ ਇਸ ਲਈ ਨੇ ਕਿਉਂਕਿ ਇਹਨਾਂ ਦੇ ਉੱਪਰ ਇੱਕ ਔਡ ਇਲੈਕਟ੍ਰੋਨ ਹੈ, ਠੀਕ ਹੈ। ਇਲੈਕਟ੍ਰੋਨਸ ਨੇ ਜਿਹੜੇ ਉਹ ਅਨਪੇਅਰਡ ਨਹੀਂ ਰਹਿ ਸਕਦੇ, ਉਹਨਾਂ ਨੂੰ ਪੇਅਰ ਹੋਣਾ ਪੈਂਦਾ, ਠੀਕ ਹੈ। ਤਾਂ ਇਹ ਚੀਜ਼ ਦਾ ਧਿਆਨ ਰੱਖਿਓ। ਜਿੱਥੇ ਅਨਪੇਅਰਡ ਇਲੈਕਟ੍ਰੋਨ ਪਿਆ ਹੋਊਗਾ ਉਹ ਹਮੇਸ਼ਾ ਪੇਅਰਿੰਗ ਕਰੂਗਾ, ਠੀਕ ਹੈ। ਪੇਅਰਿੰਗ ਕਰੂਗਾ ਤਾਂ ਉਹ ਕੀ ਹੋਊਗਾ, ਰਿਐਕਟਿਵ ਹੋਊਗਾ ਓਨਾ ਹੀ ਜ਼ਿਆਦਾ। ਜਿੰਨੀ ਛੇਤੀ ਹੁਣ ਇਹ ਕੀ ਨੇ, ਇੰਨੇ ਜ਼ਿਆਦਾ ਇਹ ਰਿਐਕਟਿਵ ਹੁੰਦੇ ਨੇ ਵੀ ਜਿੰਨੀ ਛੇਤੀ ਬਣਦੇ ਨੇ ਉਨੀ ਓ ਛੇਤੀ ਇਹ ਜਿਹੜਾ ਹੈ ਅੱਗੇ ਫਰਦਰ ਰਿਐਕਸ਼ਨ ਕਰਨ ਲੱਗ ਜਾਂਦੇ ਨੇ, ਠੀਕ ਹੈ। ਤਾਂ ਇਹਨਾਂ ਦੀ ਜਿਹੜੀ ਲਾਈਫ ਟਾਈਮ ਹੁੰਦਾ ਉਹ ਬਹੁਤ ਛੋਟਾ ਹੁੰਦਾ ਅਤੇ ਵੈਰੀ ਸ਼ਾਰਟ ਲਾਈਫਡ ਜਿਹੜੇ ਸਪੀਸੀਜ਼ ਹੁੰਦੇ ਨੇ ਇਹ, ਠੀਕ ਹੈ। ਉਸ ਤੋਂ ਬਾਅਦ ਇੱਕ ਅਨਪੇਅਰਡ ਇਲੈਕਟ੍ਰੋਨ ਹੁੰਦਾ ਕਿਉਂਕਿ ਇਹਨਾਂ ਦੇ ਵਿੱਚ ਤਾਂ ਮੈਗਨੈਟਿਕ ਫੀਲਡ ਇਹਨਾਂ ਨੂੰ ਅਟਰੈਕਟ ਕਰਦਾ ਅਤੇ ਇਹ ਪੈਰਾਮੈਗਨੈਟਿਕ ਨੇਚਰ ਦੇ ਹੁੰਦੇ ਨੇ। ਉਸ ਤੋਂ ਬਾਅਦ ਇਹ ਜਨਰੇਟ ਕਿਵੇਂ ਹੁੰਦੇ ਨੇ, ਜਨਰੇਸ਼ਨ ਰਿਐਕਸ਼ਨ ਹੈ ਨਾ ਜਿਹੜੀ ਇਹਨਾਂ ਦੀ, ਦੋ ਤਰ੍ਹਾਂ ਦੀ ਜਨਰੇਸ਼ਨ ਰਿਐਕਸ਼ਨ ਹੁੰਦੀ ਹੈ ਇਹਨਾਂ ਦੀ, ਨਹੀਂ ਮਤਲਬ ਜਨਰੇਸ਼ਨ ਰਿਐਕਸ਼ਨ ਇੱਕੋ ਹੀ ਹੁੰਦੀ ਆ, ਦੋ ਤਰ੍ਹਾਂ ਆਪਾਂ ਇਹਨਾਂ ਨੂੰ ਬਣਾ ਸਕਦੇ ਹਾਂ। ਕਾਮਨ ਜਿਹੜਾ ਮੈਥਡ ਹੈ ਇਹਨਾਂ ਨੂੰ ਜਨਰੇਟ ਕਰਨ ਦਾ ਉਹ ਹੈਗਾ ਗਾ, ਆਪਾਂ UV ਲਾਈਟ ਪਾ ਦਿਓ ਉਹਦੇ ਉੱਪਰ, ਕਿਸੇ ਵੀ ਮੋਲੀਕਿਊਲ ਦੇ ਉੱਪਰ UV ਲਾਈਟ ਪਾ ਦਿਓ ਜਾਂ ਸਨਲਾਈਟ ਦੇ ਵਿੱਚ ਉਹਨੂੰ ਰੱਖ ਦਿਓ, ਠੀਕ ਹੈ। HNu ਜਿਹੜਾ ਹੈ ਇੱਥੇ ਇਹ ਹੁੰਦਾ ਸਨਲਾਈਟ, HNu ਹੁੰਦਾ ਫੋਟੋਨ ਦੀ ਐਨਰਜੀ। ਫੋਟੋਨ ਕਿੱਥੇ ਆਉਂਦਾ ਹੁੰਦਾ, ਜਿੱਥੇ ਰੇਜ਼ ਆਉਂਦੀਆਂ ਨੇ, ਠੀਕ ਹੈ। ਤਾਂ ਜਿੱਥੇ HNu ਲਿਖਿਆ ਹੋਊ ਉਹਦਾ ਮਤਲਬ ਕੀ ਹੈ ਵੀ ਆਪਾਂ ਸਨਲਾਈਟ ਦੀ ਪ੍ਰੈਜ਼ੈਂਸ ਦੇ ਵਿੱਚ ਇਹ ਰਿਐਕਸ਼ਨ ਕਰਾਉਣੀ ਹੈ। ਜਿੱਥੇ ਡੈਲਟਾ ਲਿਖਿਆ ਉੱਥੇ ਉਹਦਾ ਕੀ ਮਤਲਬ ਹੈ ਵੀ ਉੱਥੇ ਹੀਟ ਕਰਨਾ, ਠੀਕ ਹੈ। ਹੁਣ ਆਪਾਂ ਮੋਲੀਕਿਊਲ ਨੂੰ ਐਨਰਜੀ ਦੇਣੀ ਹੈ, ਐਨਰਜੀ ਆਪਾਂ ਦੋ ਤਰੀਕਿਆਂ ਨਾਲ ਦੇ ਸਕਦੇ ਹਾਂ, ਜਾਂ ਆਪਾਂ ਸਨਲਾਈਟ ਦੀ ਪ੍ਰੈਜ਼ੈਂਸ ਦੇ ਵਿੱਚ ਰੱਖ ਦਾਂਗੇ ਜਾਂ ਉਹਨੂੰ ਆਪਾਂ ਹੀਟ ਕਰ ਦਾਂਗੇ, ਠੀਕ ਹੈ। ਜੇ ਹੀਟ ਕਰਾਂਗੇ ਤਾਂ ਥਰਮਲ ਰਿਐਕਸ਼ਨ ਹੋਊਗੀ, ਜੇ ਆਪਾਂ ਸਨਲਾਈਟ ਦੀ ਪ੍ਰੈਜ਼ੈਂਸ ਦੇ ਵਿੱਚ ਰੱਖਾਂਗੇ ਤਾਂ ਫੋਟੋਕੈਮੀਕਲ ਕਿੱਥੇ ਲਿਖਦੇ ਹੁੰਦੇ ਆਪਾਂ, ਜਿਵੇਂ ਫੋਟੋਸਿੰਥਸਿਸ ਹੋ ਗਿਆ, ਜਿਹੜੀਆਂ ਚੀਜ਼ਾਂ ਸਨਲਾਈਟ ਦੀ ਪ੍ਰੈਜ਼ੈਂਸ ਦੇ ਵਿੱਚ ਹੁੰਦੀਆਂ ਨੇ ਉੱਥੇ ਕੀਵਰਡ ਆਊਗਾ ਫੋਟੋ, ਠੀਕ ਹੈ। ਤਾਂ ਇਹ ਚੀਜ਼ ਦਾ ਧਿਆਨ ਰੱਖਣਾ। ਜਿਵੇਂ ਹੁਣ ਇਹ ਹੈ, ਠੀਕ ਹੈ, ਇਹ ਸਨਲਾਈਟ ਦੀ ਪ੍ਰੈਜ਼ੈਂਸ ਦੇ ਵਿੱਚ ਜਾਂ ਇਹਨੂੰ ਆਪਾਂ ਹੀਟ ਕੀਤਾ ਤਾਂ ਇੱਥੇ ਕੀ ਹੋਇਆ, ਇੱਕ ਇਲੈਕਟ੍ਰੋਨ ਇੱਥੇ ਚਲਾ ਗਿਆ, ਇੱਕ ਇਲੈਕਟ੍ਰੋਨ ਇੱਥੇ ਚਲਾ ਗਿਆ। ਤਾਂ ਇੱਥੇ ਧਿਆਨ ਇਹ ਰੱਖਣਾ ਵੀ ਹਾਫ ਹੈਡਡ ਐਰੋ ਪਾਉਣਾ ਕਿਉਂਕਿ ਇੱਕ ਇਲੈਕਟ੍ਰੋਨ ਦੋਨੇ ਪਾਸੇ ਮੂਵ ਹੋਇਆ ਤਾਂ ਬਣਿਆ ਕਿ 2Cl ਡਾਟ। ਹੁਣ ਇਸੇ ਤਰ੍ਹਾਂ ਹੀ ਇਹਦੇ ਵਿੱਚ ਇਹ ਸਨਲਾਈਟ ਦੀ ਪ੍ਰੈਜ਼ੈਂਸ ਦੇ ਵਿੱਚ ਹੋਊਗੀ ਰਿਐਕਸ਼ਨ, ਆ ਵਿੱਚ ਵਾਲਾ ਬੌਂਡ ਹੈ ਜਿਹੜਾ ਇਹ ਟੁੱਟ ਜੂਗਾ, ਠੀਕ ਹੈ। ਤਾਂ C6H5C ਡਬਲ ਬੌਂਡ O ਡਾਟ, ਦੋ ਮੋਲੀਕਿਊਲ ਇੱਕ ਨਾਲ ਦੇ ਬਣ ਗਏ। ਹੁਣ ਇਹਦੇ ਵਿੱਚ ਅੱਗੇ ਕੀ ਹੋਊਗਾ, ਆ ਬੌਂਡ ਟੁੱਟੂਗਾ, ਇਹਦਾ ਇੱਕ ਇਲੈਕਟ੍ਰੋਨ ਇੱਥੇ ਆ ਜਾਊਗਾ, ਇੱਕ ਇਲੈਕਟ੍ਰੋਨ ਇਹਦਾ ਇੱਥੇ ਚਲਾ ਜਾਊਗਾ ਅਤੇ ਇਹਦਾ ਦੂਸਰਾ ਇਲੈਕਟ੍ਰੋਨ ਹੈ ਜਿਹੜਾ ਉਹ ਇਹਦੇ ਉੱਪਰ ਚਲਾ ਜਾਊਗਾ। ਤਾਂ ਇਹ ਕੀ ਬਣ ਗਿਆ ਆਪਣੇ ਕੋਲ, ਫਿਨਾਈਲ ਫ੍ਰੀ ਰੈਡੀਕਲ, ਠੀਕ ਹੈ। ਅਤੇ ਕਾਰਬਨ ਡਾਈਆਕਸਾਈਡ ਦੇ ਦੋ ਮੋਲੀਕਿਊਲ ਜਿਹੜੇ ਨੇ ਉਹ ਬਾਹਰ ਚਲੇ ਗਏ। ਇਸੇ ਤਰ੍ਹਾਂ ਹੀ ਲੈਡ ਟੈਟਰਾ ਮਿਥਾਈਲ ਦੀ ਜਦੋਂ ਆਪਾਂ ਰਿਐਕਸ਼ਨ ਕਰਵਾਉਂਦੇ ਹਾਂ, ਠੀਕ ਹੈ, ਤਾਂ ਲੈਡ ਅੱਡ ਨਿਕਲ ਜਾਂਦਾ, 4 ਮਿਥਾਈਲ ਰੈਡੀਕਲ ਅਲੱਗ ਨਿਕਲ ਜਾਂਦੇ ਆ, ਠੀਕ ਹੈ। ਇਹ ਹੀਟ ਦੀ ਪ੍ਰੈਜ਼ੈਂਸ ਦੇ ਵਿੱਚ ਹੀਟ ਕਰਦੇ ਜਦੋਂ ਫੇਰ ਹੁੰਦੀ ਹੈ ਰਿਐਕਸ਼ਨ। ਉਸ ਤੋਂ ਬਾਅਦ ਸੇਮ ਕਲਾਸੀਫਿਕੇਸ਼ਨ ਆ ਗਈ ਪ੍ਰਾਇਮਰੀ, ਸੈਕੰਡਰੀ, ਟਰਸ਼ਰੀ, ਠੀਕ ਹੈ। ਅਤੇ ਮਿਥਾਈਲ ਜਿਹਦੇ ਨਾਲ ਦੋ, ਇੱਕ ਹੈ ਪ੍ਰਾਇਮਰੀ, ਦੋ ਆ ਤਾਂ ਸੈਕੰਡਰੀ, ਨਾ ਤਾਂ ਟਰਸ਼ਰੀ, ਜੇ ਕੋਈ ਵੀ ਨਹੀਂ ਹੈਗਾ ਤਾਂ ਮਿਥਾਈਲ, ਠੀਕ ਹੈ। ਬਾਕੀ ਜਿਹੜਾ ਹੈ ਆਪਾਂ ਨੈਕਸਟ ਵੀਡੀਓ ਦੇ ਵਿੱਚ ਕਰਾਂਗੇ। ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ। ਥੈਂਕ ਯੂ।